ਬਹੁਤ ਬਹੁਤ ਧੰਨਵਾਦ ਜੀ। ਪੰਜਾਬ ਡਾਇਰੀ ਤੇ ਤੁਹਾਡਾ ਸਵਾਗਤ ਹੈ। ਇਹ ਜੋ ਤੁਸੀਂ ਖਬਰ ਦਾ ਹੈਡਿੰਗ ਦੇਖ ਰਹੇ ਹੋ, ਇਹ ਖਬਰ ਹੁਣੇ ਹੀ ਲਾਈਵ ਹੋ ਰਹੀ ਹੈ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡਾਇਰੀ। ਅੱਜ ਮੈਂ ਪਹੁੰਚਿਆ ਹੋਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਕੈਂਪਸ ਹੈ ਤੇ ਕੈਂਪਸ ਦੇ ਵਿੱਚ SBI ਦੀ ਬ੍ਰਾਂਚ ਆ, ਸਟੇਟ ਬੈਂਕ ਆਫ ਇੰਡੀਆ ਫਰੀਦਕੋਟ। ਇਹ ਪਹਿਲਾਂ ਸਟੇਟ ਬੈਂਕ ਆਫ ਪਟਿਆਲਾ ਹੁੰਦੀ ਸੀ। ਅਕਸਰ ਅਸੀਂ ਬੈਂਕਾਂ ਦੇ ਵਿੱਚ ਕੰਮ ਹੁੰਦਾ ਦੇਖਦੇ ਹਾਂ, AC ਲੱਗੇ ਹੁੰਦੇ ਆ, ਬੜੇ ਸ਼ਾਂਤ ਤਰੀਕੇ ਦੇ ਨਾਲ ਕੈਬਨਾਂ ਦੇ ਵਿੱਚ ਕੰਮ ਚੱਲਦਾ ਰਹਿੰਦਾ, ਪਰ ਅਸਲ ਦੇ ਵਿੱਚ ਇਹਨਾਂ ਬੈਂਕਾਂ ਦੇ ਵਿੱਚ ਵੀ ਉਹੀ ਕੁਛ ਹੁੰਦਾ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂ ਨਿੱਜੀ ਦਫ਼ਤਰਾਂ ਦੇ ਵਿੱਚ ਰੰਜਿਸ਼ਬਾਜ਼ੀਆਂ, ਇਹ ਇਸ ਤਰ੍ਹਾਂ ਦੇ ਤਹਿਤ ਛੋਟੇ ਮੁਲਾਜ਼ਮਾਂ ਨੂੰ ਦਬਾਉਣਾ, ਛੋਟੇ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨਾ, ਇਹਨਾਂ ਬੈਂਕਾਂ ਦੇ ਵਿੱਚ ਵੀ ਇਹੀ ਹੁੰਦਾ। ਤੇ ਅੱਜ ਇਸ ਜਿਹੜੀ ਰੰਜਿਸ਼ਬਾਜ਼ੀ ਆ ਇਹਦਾ ਸ਼ਿਕਾਰ ਹੋਇਆ ਫਰੀਦਕੋਟ ਦਾ ਪਵਨ ਕੁਮਾਰ, ਜਿਹੜਾ ਪਹਿਲਾਂ ਸਟੇਟ ਬੈਂਕ ਆਫ ਪਟਿਆਲਾ 'ਚ ਸੀ ਤੇ ਅੱਜ ਕੱਲ੍ਹ ਇਸ ਬੈਂਕ ਦੇ ਵਿੱਚੋਂ ਸੇਵਾ ਮੁਕਤ ਹੋਇਆ ਸਟੇਟ ਬੈਂਕ ਆਫ ਇੰਡੀਆ 'ਚੋਂ। ਇਸੇ ਤਰ੍ਹਾਂ ਦੀ ਰੰਜਿਸ਼ਬਾਜ਼ੀ ਦਾ ਸ਼ਿਕਾਰ ਹੋਇਆ ਫਰੀਦਕੋਟ ਦਾ ਇਹ ਪਵਨ ਕੁਮਾਰ, ਜਿਹੜਾ ਬੈਂਕ ਦੇ ਵਿੱਚ ਕਰਮਚਾਰੀ ਸੀ ਤੇ ਇਸ ਵੇਲੇ ਸਰਵਿਸ ਦਾ ਆਪਣਾ ਕਾਫੀ ਨੁਕਸਾਨ ਕਰਾ ਚੁੱਕਿਆ। ਕੀ ਆ ਸਾਰਾ ਮਾਮਲਾ, ਇਹ ਸਾਨੂੰ ਦੱਸਣਗੇ ਪਵਨ ਕੁਮਾਰ ਜੀ। ਉਹਨਾਂ ਤੋਂ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੀ ਇਹ ਧੱਕੇਸ਼ਾਹੀ ਹੋਈ ਆ ਤੇ ਕੀ ਆ ਅਸਲ ਮਸਲਾ। ਬੈਂਕ ਦੇ ਵਿੱਚੋਂ ਬਾਹਰ ਆਏ ਨੇ ਤੇ ਆ ਕੇ ਸਾਡੇ ਨਾਲ ਗੱਲ ਕਰਦੇ ਆ। ਤੇ ਪਿਛਲੇ 4 ਸਾਲਾਂ ਤੋਂ ਇਸੇ ਤਰ੍ਹਾਂ ਬੈਂਕ ਆਉਣਾ, ਆਪਣੇ ਕਾਰੋਬਾਰ ਲਈ, ਆਪਣੀ ਸਰਵਿਸ ਦੇ ਰਿਕਾਰਡ ਲਈ ਆਉਣਾ, ਇਹਨਾਂ ਦਾ ਰੋਜ਼ਮर्रा ਦਾ ਬਣ ਚੁੱਕਿਆ, ਖੱਜਲ ਖੁਆਰੀ, ਰੋਜ਼ ਦੀ ਪਰੇਸ਼ਾਨੀ। ਤੇ ਕੀ ਅਸਲ ਮਾਮਲਾ ਆਪਾਂ ਇਹਨਾਂ ਤੋਂ ਸੁਣਦੇ ਹਾਂ ਕਿ ਕਿਉਂ ਪਰੇਸ਼ਾਨ ਹੋ ਰਿਹਾ ਪੈ ਰਿਹਾ ਇਹਨਾਂ ਨੂੰ ਇੰਨੇ ਸਾਲਾਂ ਤੋਂ ਬੈਂਕ ਦੇ ਵਿੱਚ। ਸਰ, ਮੇਰਾ ਨਾਮ ਹੈ ਜੀ ਪਵਨ ਕੁਮਾਰ ਵਰਮਾ। ਪਵਨ ਜੀ, ਕੀ ਹੈ ਮਸਲਾ? ਮਸਲਾ ਇਹ ਹੈ ਵੀ ਮੈਂ ਘੱਟੋ ਘੱਟ ਇੱਕ ਬੈਂਕ 35 ਸਾਲ ਇਸ ਬੈਂਕ ਦੀ ਸਰਵਿਸ ਕੀਤੀ ਤੇ 1919 ਦੇ ਵਿੱਚ ਮੈਂ ਫਰਵਰੀ ਜੋ ਰਿਟਾਇਰ ਹੋਇਆ। ਅੱਜ ਤੱਕ ਮੇਰੀ 35 ਸਾਲ ਦੇ ਵਿੱਚ ਕੋਈ ਵੀ ਮੇਰੀ ਅੱਜ ਤੱਕ ਕੋਈ ਕੰਪਲੇਂਟ ਨਹੀਂ ਹੋਈ, ਕਿਉਂਕਿ ਮੈਂ ਇਹ ਬਹੁਤ ਵਧੀਆ ਸਰਵਿਸ ਦਿੰਦੇ ਸੀ ਤੇ ਸਾਰਾ ਕੁਝ ਸੀ। ਲੇਕਿਨ ਜਾਣ ਤੋਂ ਸਾਲ ਕੁ ਪਹਿਲਾਂ, 1.5 ਸਾਲ ਪਹਿਲਾਂ, ਇੱਕ ਬੰਦਾ ਇੱਥੇ ਜਸਵਿੰਦਰ ਸਿੰਘ ਕੋਹਲੀ ਸੀ, ਜਿਸ ਨੇ ਮੇਰੀ ਕੰਪਲੇਂਟ ਕੀਤੀ ਰੰਜਿਸ਼ ਵਜੋਂ, ਕਿਉਂਕਿ ਉਹਦੇ ਭਰਾ ਦਾ ਆਪਸ 'ਚ ਕੋਈ ਰੌਲਾ ਸੀ ਘਰਾਂ ਦਾ। ਲੇਕਿਨ ਉਸਨੇ ਰੰਜਿਸ਼ ਵਜੋਂ ਕੰਪਲੇਂਟ ਕੀਤੀ। ਉਸਨੇ ਸਾਡੇ ਕੋਲ ਆ ਕੇ, ਕਿਉਂਕਿ ਜਾਣਦਾ ਸੀ, ਸਾਡਾ ਗੁਆਂਢੀ ਸੀ, ਉਹਨੇ ਇੱਥੇ ਆ ਕੇ ਅਕਾਊਂਟ ਖੁਲਾਇਆ। ਅਕਾਊਂਟ ਖੁਲਾਉਣ ਤੋਂ ਬਾਅਦ ਉਹਨੇ 1.5 ਮਹੀਨੇ 2 ਮਹੀਨੇ ਬਾਅਦ ਜੈਨ ਸਕੂਲ 'ਚੋਂ ਲੋਨ ਲਿਆ ਉਹਨੇ। ਤੇ ਲੋਨ ਲੈਣ ਤੋਂ ਬਾਅਦ ਉਹਨੇ ਇੱਥੋਂ ਆ ਕੇ, ਕਿਉਂਕਿ ਅਕਾਊਂਟ ਇੱਥੇ ਸੀ, ਪੇਮੈਂਟ ਇੱਥੇ ਲੈਣੀ ਸੀ, ਇੱਥੋਂ ਪੇਮੈਂਟ ਲੈ ਕੇ ਉਹਨੇ ਵਿਡਰਾਲ ਕੀਤਾ, ਵਿਡਰਾਲ 'ਤੇ ਸਾਈਨ ਕੀਤੇ, ਕਿਉਂਕਿ ਅਕਾਊਂਟ ਰਿਸਟ੍ਰਿਕਟਡ ਸੀ। 6 ਮਹੀਨੇ ਤੱਕ ਜਿਹੜੀ ਕੋਈ ਵੀ ਪੇਮੈਂਟ ਹੁੰਦੀ ਹੈ ਉਹ ਮੈਨੇਜਰ ਪਾਸ ਕਰਦਾ ਹੈ। ਅਸੀਂ ਕਿਉਂ ਬਣਾਉਂਦੇ ਹਾਂ, ਮੈਨੇਜਰ ਪਾਸ ਕਰਦਾ ਤਾਂ ਆ ਕੇ ਕਾਊਂਟਰ ਤੋਂ ਪੇਮੈਂਟ ਲੈ ਲੈਂਦਾ। ਕਿਉਂਕਿ ਕਾਊਂਟਰ 'ਤੇ ਮੈਂ ਹੀ ਸੀਗਾ, ਮੈਂ ਕਿਉਂ ਬਣਾਈ, ਮੈਨੇਜਰ ਨੇ ਪਾਸ ਕੀਤੀ ਤੇ ਆ ਕੇ ਉਸਨੇ ਕਾਊਂਟਰ ਤੋਂ ਪੇਮੈਂਟ ਲੈ ਲਈ। ਤੇ 15 ਦਿਨ ਮਹੀਨੇ ਬਾਅਦ ਕਹਿੰਦਾ ਜੀ ਮੈਂ ਤਾਂ ਪੇਮੈਂਟ ਲਈ ਨਹੀਂ। ਜੋ ਪੇਮੈਂਟ ਨਹੀਂ ਲਈ ਉਸ ਵਿਰੁੱਧ ਉਹਨੇ ਇਨਕੁਆਇਰੀ ਕਰਾਈ, ਇਨਕੁਆਇਰੀ ਅਫਸਰ ਲਾਤਾ। ਇਨਕੁਆਇਰੀ ਅਫਸਰ ਵੀ ਉਸ ਬੰਦੇ ਨੂੰ ਲਾਇਆ ਗਿਆ ਜਿਸ ਵਿਰੁੱਧ ਮੇਰੇ ਬੇਟੇ ਨੇ ਤੇ ਮੇਰੀ ਮਿਸਿਜ ਨੇ ਕੰਪਲੇਂਟ ਕੀਤੀਆਂ ਸੀ। ਉਹ ਸੁਨੀਲ ਮਜੰਦਾ ਜੀ ਨੇ ਇਨਕੁਆਇਰੀ ਅਫਸਰ ਲਾਇਆ ਤੇ ਉਸ ਨੇ ਰੰਜਿਸ਼ ਵਜੋਂ ਮੇਰੇ ਤੇ ਸਾਰੇ ਗਲਤ ਇਲਜ਼ਾਮ ਲਾਏ। ਜਦੋਂ ਕਿ ਜੋ ਪੇਮੈਂਟ ਮੈਨੇਜਰ ਨੇ ਪਾਸ ਕੀਤੀ ਹੈ ਤਾਂ ਮੈਂ ਇਕੱਲਾ ਜ਼ਿੰਮੇਵਾਰ ਕਿਉਂ? ਇੱਕ ਬੈਂਕ ਦਾ ਅਸੂਲ ਹੈ, ਜੇ ਚੈੱਕ ਬੁੱਕ ਵਾਲਾ ਅਕਾਊਂਟ ਮੇਰੇ ਤੇ ਲਾਇਆ ਗਿਆ ਵੀ ਚੈੱਕ ਬੁੱਕ ਵਾਲਾ ਅਕਾਊਂਟ ਸੀ, ਤੁਸੀਂ ਵਿਡਰਾਲ ਦੇ ਪੇਮੈਂਟ ਕਿਸ ਤਰ੍ਹਾਂ ਕੀਤੀ? ਜਦ ਕਿ ਇੱਥੇ ਇੱਕ ਜ਼ਰੂਰੀ ਹੈ ਵੀ ਸਾਡੇ ਕੋਲ ਜਿੰਨੇ ਵੀ ਡਾਕਟਰ ਆਉਂਦੇ ਹੈ ਜਾਂ ਜੋ ਵੀ ਆਉਂਦੇ ਆ, ਸਾਨੂੰ ਉਹਨਾਂ ਦੀ ਜਿਹੜੀ ਪੇਮੈਂਟ ਹੈ ਉਹ ਕਰਨੀ ਪੈਂਦੀ ਹੈ। ਕਿਉਂਕਿ ਬੈਂਕ ਮੈਨੇਜਮੈਂਟ ਇਹ ਕਹਿੰਦੀ ਹੈ ਵੀ ਤੁਸੀਂ ਕਿਸੇ ਤਰ੍ਹਾਂ ਵੀ ਕਿਸ ਨੂੰ ਜਿਹੜਾ ਟੈਕਟਫੁਲੀ ਹੈਂਡਲ ਕਰਨੇ, ਸਾਡੇ ਕੋਲ ਕੰਪਲੇਂਟ ਨਾ ਹੋਵੇ। ਜਦੋਂ ਜਸਵਿੰਦਰ ਸਿੰਘ ਕੋਹਲੀ ਨੇ ਮੇਰੀ ਕੰਪਲੇਂਟ ਕੀਤੀ, ਅਸੀਂ ਸਾਰੇ ਬੰਦਿਆਂ ਨੂੰ ਕਿਹਾ ਵੀ ਤੂੰ ਗਲਤ ਕੰਪਲੇਂਟ ਕਿਉਂ ਕੀਤੀ ਹੈ, ਤਾਂ ਉਸਨੇ ਆਪਦੀ ਕੰਪਲੇਂਟ ਵਾਪਸ ਲੈ ਲਈ। ਜਦੋਂ ਕੰਪਲੇਂਟ ਵਾਪਸ ਲੈ ਲਈ ਤੇ ਮੇਰੇ ਵਿਰੁੱਧ ਐਕਸ਼ਨ ਕਿਸ ਚੀਜ਼ ਦਾ? ਸਾਈਨ ਉਸ ਦੇ ਵਿਡਰਾਲ ਦੇ ਉੱਪਰ ਹੈ। ਉਸਨੇ ਮੈਨੂੰ CIA ਸਟਾਫ 'ਚ, ਐਂਟੀ ਫਰਾਡ ਸਟਾਫ 'ਚ ਸਾਰੀਆਂ ਕੰਪਲੇਂਟ ਕੀਤੀਆਂ ਜੋ ਝੂਠੀਆਂ ਨਿਕਲੀਆਂ। ਫਿਰ ਉਸਨੇ ਇੱਕ ਮੇਰੇ ਤੇ ਹੋਰ ਇਲਜ਼ਾਮ ਲਾਇਆ ਵੀ ਜੈਨ ਸਕੂਲ ਦੇ ਮੈਨੇਜਰ ਨੇ ਸਾਡੇ ਤੋਂ ਮਤਲਬ ਕਿ ਜੋ ਉੱਥੇ ਬ੍ਰਾਂਚ ਸਾਡੀ ਹੈ ਉੱਥੋਂ ਉਹਨੇ ਚੈੱਕ ਲੈ ਕੇ ਤੇ ਮੇਰਾ ਯੂਜ਼ ਕੀਤਾ। ਜਦ ਕਿ ਉਸ ਦੇ ਜੋ ਸਾਡੇ ਮਿਸਟਰ ਸੁਧਾਂਸ਼ੂ ਸੀ ਜੈਤੋ ਦੇ ਚੀਫ ਮੈਨੇਜਰ, ਉਹਨਾਂ ਨੇ ਪੂਰੀ ਇਨਕੁਆਇਰੀ ਕੀਤੀ ਜੋ ਝੂਠੀ ਨਿਕਲੀ। ਜਿਹਨੂੰ ਸੁਨੀਲ ਮਜੰਦਾ ਜੀ ਨੇ ਜੋ ਵੀ ਇਨਕੁਆਇਰੀ ਮੇਰੇ ਵਿਰੁੱਧ ਰੰਜਿਸ਼ ਤੌਰ ਤੇ ਕੀਤੀ ਹੈ, ਕਿਉਂਕਿ ਮੇਰੀ ਮਿਸਿਜ ਨੇ ਉਹਦੇ ਉੱਤੇ ਮੇਰੇ ਬੇਟੇ ਨੇ ਕੰਪਲੇਂਟ ਕੀਤੀ ਸੀ ਕਿ ਜੋ ਮੇਰੀ ਮਿਸਿਜ ਨੇ ਕੰਪਲੇਂਟ ਕੀਤੀਆਂ ਸੀਗੀਆਂ ਉਸ ਨੂੰ ਬਿਨਾਂ ਇਨਕੁਆਇਰੀ ਕੀਤੇ ਜਦੋਂ ਅਸੀਂ ਕਰਦੇ ਸੀਗੇ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਸੀਗਾ, ਕਿਉਂਕਿ ਉਹ ਰੀਜਨਲ ਆਫਿਸ ਦੇ ਵਿੱਚ ਇੱਕ ਚੰਗੇ ਅਫਸਰ ਰਹੇ ਹੈ ਤੇ ਅਫਸਰੀ ਦਾ ਆਪਦਾ ਉਹ ਦਬਦਬਾ ਬਣਾ ਕੇ ਉਸ ਨੂੰ ਉਹ ਯੂਜ਼ ਕਰਦੇ ਸੀਗੇ। ਮੇਰੇ ਵਿਰੁੱਧ ਜੋ ਉਹਨਾਂ ਨੇ 4 ਇਲਜ਼ਾਮ ਲਾਏ, 4 ਇਲਜ਼ਾਮ ਜੋ 2 ਤਾਂ ਪਹਿਲਾਂ ਹੀ ਝੂਠੇ ਨਿਕਲ ਗਏ। ਜੋ ਸਾਡੇ ਦੂਜੇ ਅਫਸਰਾਂ ਨੇ ਇਨਕੁਆਇਰੀ ਕੀਤੀ ਵੀ ਇਹ ਇਲਜ਼ਾਮ ਝੂਠੇ ਆ, ਇਹ ਇਲਜ਼ਾਮ ਨਹੀਂ ਬਣਦੇ। ਜੇ 2 ਇਲਜ਼ਾਮ ਦੇ ਵਿੱਚੋਂ ਵੀ ਜੋ ਵਿਡਰਾਲ ਦੀ ਪੇਮੈਂਟ ਅਸੀਂ ਕੀਤੀ ਜਦ ਚੈੱਕ ਬੁੱਕ ਵਾਲਾ ਅਕਾਊਂਟ, ਉਸ ਡੇਟ ਦੇ ਵਿੱਚ ਉਸ ਦੇ ਕੋਲੇ ਬੰਦੇ ਕੋਲੇ ਚੈੱਕ ਬੁੱਕ ਵੀ ਨਹੀਂ ਸੀ।
ਕਿਉਂਕਿ ਜੋ ਉਸ ਨੂੰ ਚੈੱਕਬੁੱਕ ਮਿਲੀ ਸੀ ਉਸ ਨੇ ਜੋ ਜੈਨ ਸਕੂਲ ਬ੍ਰਾਂਚ ਜਿਹੜੀ ਹੈਗੀ ਆ ਉਸ ਤੋਂ ਲੋਨ ਲਿਆ ਸੀ, ਸਾਰੇ ਦੇ ਸਾਰੇ ਚੈੱਕਬੁੱਕ ਉਸ ਨੇ ਉੱਥੇ ਉਸ ਨੂੰ ਯੂਜ਼ ਕਰ ਲਏ ਸੀਗੇ। ਹੁਣ ਜਦੋਂ ਇੱਕ ਬੰਦੇ ਕੋਲ ਚੈੱਕਬੁੱਕ ਨਹੀਂ, ਉਹ ਪਾਸਬੁੱਕ ਲਿਆ ਕੇ ਬੈਂਕ ਤੋਂ ਵਿੱਚੋਂ ਪੇਮੈਂਟ ਲੈ ਸਕਦਾ ਹੈ। ਉਹ ਵੀ ਬੈਂਕ ਵਿੱਚ ਆਇਆ, ਪਾਸਬੁੱਕ ਉਹਦੇ ਕੋਲੇ ਸੀ, ਪੇਮੈਂਟ ਉਹਨੇ ਲਈ, ਕਾਂਪ ਦੀ ਕਾਪੀ ਦੇ ਵਿੱਚ ਐਂਟਰੀ ਕਰਾਈ, ਪੇਮੈਂਟ ਜਿਹੜੀ ਸੀ ਮੈਨੇਜਰ ਨੇ ਪਾਸ ਕੀਤੀ। ਲੇਕਿਨ ਇਲਜ਼ਾਮ ਮੇਰੇ ਇਕੱਲੇ ਤੇ ਇਸ ਕਰਕੇ ਲਾਇਆ ਗਿਆ ਕਿਉਂਕਿ ਮੇਰੀ ਮਿਸੇਜ ਨੇ ਉਸ ਅਫਸਰ ਵਿਰੁੱਧ ਕੰਪਲੇਂਟ ਕੀਤੀ ਸੀ ਜਿਸ ਨੇ ਇਨਕੁਆਇਰੀ ਕੀਤੀ। ਇਸ ਕਰਕੇ ਮੈਨੂੰ ਜੋ ਸੀ ਮੇਰੇ ਨੂੰ ਸਜ਼ਾ ਦਿੱਤੀ ਗਈ, ਮੇਰੇ ਇੱਕ ਇਨਕਰੀਮੈਂਟ ਡਾਊਨ ਕਰਤਾ ਤੇ ਜੋ ਮੇਰੀ ਪ੍ਰਮੋਸ਼ਨ ਹੋਣੀ ਸੀ ਉਸ ਨੂੰ ਵੀ ਰੋਕ ਕੇ ਮੇਰਾ ਘੱਟੋ ਘੱਟ ਇਹਨਾਂ ਨੇ ਬਹੁਤ ਵੱਡਾ ਲੋਸ ਕੀਤਾ ਤੇ ਮੈਂ ਮੈਂਟਲੀ ਜਿਹੜਾ ਸੀਗਾ ਬਹੁਤ ਡਿਸਟਰਬ ਹੋਇਆ। ਮੈਨੂੰ ਬੜੀ ਡਿਸਟਰਬੈਂਸ ਹੁੰਦੀ ਹੈ ਵੀ 35 ਸਾਲ ਦੀ ਇੱਕ ਵਧੀਆ ਸਰਵਿਸ ਕਰਨ ਤੋਂ ਬਾਅਦ ਇੱਕ ਉਸ ਬੰਦੇ ਨੇ ਮੇਰੇ ਉੱਤੇ ਗਲਤ ਇਲਜ਼ਾਮ ਲਾ ਕੇ ਮੈਨੂੰ ਮੈਂਟਲੀ ਡਿਸਟਰਬ ਕੀਤਾ ਤੇ ਮੇਰਾ ਫਾਈਨੈਂਸ਼ੀਅਲੀ ਲੋਸ ਵੀ ਕੀਤਾ ਤੇ ਮੇਰੇ ਇੱਕ ਜਿਹੜੀ 35 ਸਾਲ ਦੀ ਸਰਵਿਸ ਦੇ ਉੱਪਰ ਇੱਕ ਦਾਗ ਵੀ ਲਾਇਆ। ਇਸ ਕਰਕੇ ਮੈਂ ਇਹ ਰਿਕਵੈਸਟ ਕਰਦਾ ਹਾਂ ਵੀ ਤੁਸੀਂ ਸਾਰਿਆਂ ਤੋਂ ਇੱਥੋਂ ਪੁੱਛ ਸਕਦੇ ਹੋ ਵੀ ਪੇਮੈਂਟ ਬੈਂਕ 'ਚ ਕਿਸ ਤਰ੍ਹਾਂ ਹੁੰਦੀ ਹੈ। ਇੱਥੇ ਡਾਕਟਰ ਹੁੰਦੇ ਸੀ, ਡਾਕਟਰ ਕਹਿੰਦੇ ਵੀ ਤੁਸੀਂ ਪੇਮੈਂਟ ਕਰਨੀ ਕਿ ਨਹੀਂ ਕਰਨੀ। ਤੁਸੀਂ ਜਿਹੜਾ ਇਹ ਤੁਹਾਡੇ ਖਿਲਾਫ ਉਹਨਾਂ ਨੇ ਫੈਸਲਾ ਕਰਤਾ, ਉਸ ਫੈਸਲੇ ਦੇ ਖਿਲਾਫ ਕੀ ਕਾਰਵਾਈ ਕੀਤੀ? ਫੈਸਲੇ ਖਿਲਾਫ ਮੈਂ ਡੀਜੀਐਮ ਸਾਹਿਬ ਕੋਲ ਵੀ ਗਿਆ ਸੀਗਾ। ਡੀਜੀਐਮ ਸਾਹਿਬ ਕਹਿੰਦੇ ਮੈਂ ਕਿ ਦੱਸੋ ਜੀ ਤੁਸੀਂ ਇਹ ਪੇਮੈਂਟ ਕਿਸ ਤਰ੍ਹਾਂ ਗਲਤ ਆ, ਮੈਂ ਦੱਸੋ। ਉਹਨਾਂ ਨੇ ਮੇਰੇ ਵਿਰੁੱਧ ਜੋ ਪਹਿਲਾਂ ਇਲਜ਼ਾਮ ਲਾਇਆ ਸੀ, ਮੇਰੀ ਇੱਕ ਇਨਕਰੀਮੈਂਟ ਡਾਊਨ ਕੀਤਾ ਸੀ, ਉਸ ਨੂੰ ਖਤਮ ਕਰਕੇ ਮੇਰੇ ਦੇ ਉੱਪਰ ਕਹਿੰਦੇ ਵੀ ਤੁਸੀਂ 500 ਰੁਪਈਆ ਲਮਸਮ ਜੁਰਮਾਨਾ ਭਰ ਦਿਓ, ਅਸੀਂ ਤੁਹਾਡਾ ਸਾਰਾ ਵਿਡਰਾ ਕਰ ਲੈਂਦੇ ਹਾਂ। ਮੈਂ ਕਿਹਾ ਜੀ ਜੁਰਮਾਨਾ ਤਾਂ ਮੈਂ ਭਰ ਦਿੰਦਾ, ਪਰ ਜੋ ਮੇਰਾ ਪਿਛਲਾ ਮੈਨੂੰ ਬੈਨੀਫਿਟ ਮਿਲਨੇ ਸੀਗੇ ਸਾਲ ਡੇਢ ਸਾਲ ਪਹਿਲਾਂ ਜੋ ਮੇਰੀ ਪ੍ਰਮੋਸ਼ਨ ਹੋਈ ਸੀ ਗੋਲੇ ਵਾਲੇ ਬ੍ਰਾਂਚ 'ਚ, ਉਹ ਮੇਰਾ ਲੋਸ ਕੌਣ ਦੇਗਾ? ਮੈਨੂੰ ਉਹ ਲੋਸ ਦਿੱਤਾ ਜਾਵੇ ਤੇ ਉਹ ਮੈਨੂੰ ਜੋ ਸਾਰਾ ਮੈਨੂੰ ਬੈਨੀਫਿਟ ਮਿਲਦੇ ਜਾਣ, ਮੈਨੂੰ ਦਿੱਤੇ ਜਾਣ, ਤਾਂ ਮੈਂ ਆਪਦੀ ਉਹ 500 ਰੁਪਏ ਜੁਰਮਾਨਾ ਭਰਾਂਗਾ। ਇਸ ਕਰਕੇ ਮੈਂ ਜੁਰਮਾਨਾ ਨਹੀਂ ਭਰਿਆ ਤੇ ਮੈਂ ਕਈ ਵਾਰ ਇਹਨਾਂ ਨੂੰ ਲੈਟਰ ਵੀ ਲਿਖਦਾ ਰਿਹਾ, ਲੇਕਿਨ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਹੁਣ ਕਿੰਨੇ ਸਾਲਾਂ ਤੋਂ ਤੁਸੀਂ ਇਸ ਮਾਮਲੇ ਨੂੰ ਲੈ ਕੇ ਪਰੇਸ਼ਾਨ ਹੋ? ਮੈਂ ਤਾਂ ਸਰ ਜਦੋਂ ਦੀ ਮੇਰੇ ਵਿਰੁੱਧ ਕੰਪਲੇਂਟ ਹੋਈ ਮੈਂ ਉਦੋਂ ਤੋਂ ਇਹਨਾਂ ਨੂੰ ਵਾਰੀ-ਵਾਰੀ ਲੈਟਰ ਲਿਖੇ ਜਾ ਰਿਹਾ ਵੀ ਮੈਂ ਇਹਦੇ ਵਿੱਚ ਮੇਰਾ ਕੋਈ ਫਾਲਟ ਨਹੀਂ। ਮੈਨੇਜਰ ਜੋ ਪਾਸ ਕੀਤੀ ਹੈ ਤੇ ਮੈਨੇਜਰ ਦਾ ਵਿੱਚ ਨਾਂ ਕਿਉਂ ਨਹੀਂ ਲਿਆ ਉਹਨੇ? ਉਸ ਨੇ ਮੈਨੇਜਰ ਨੂੰ ਵਿੱਚੋਂ ਬਾਹਰ ਕੱਢਤਾ ਸੀ ਮਰਜੰਦੇ ਨੇ ਕਿਉਂਕਿ ਉਹਦਾ ਦੋਸਤ ਸੀਗਾ। ਮੈਨੂੰ ਇਕੱਲੇ ਨੂੰ ਫਸਾਇਆ ਗਿਆ। ਇੱਕ ਬੈਂਕ ਦਾ ਸਾਡਾ ਅਸੂਲ ਹੈ ਵੀ ਅਸੀਂ ਕੋਈ ਵੀ ਅਕਾਊਂਟ ਇੱਕ ਜਗ੍ਹਾ ਤੋਂ ਜੋ ਦੂਜੀ ਜਗ੍ਹਾ ਟ੍ਰਾਂਸਫਰ ਕਰਨਾ ਹੈ ਤਾਂ ਇੱਕ ਬੰਦਾ ਰਿਕਵੈਸਟ ਦਿੰਦਾ ਵੀ ਮੇਰੀ ਇਸ ਬ੍ਰਾਂਚ ਤੋਂ ਅਕਾਊਂਟ ਟ੍ਰਾਂਸਫਰ ਕਰਕੇ ਮੇਰਾ ਫਲਾਣੀ ਬ੍ਰਾਂਚ ਭੇਜਿਆ ਜਾਵੇ। ਲੇਕਿਨ ਮੇਰੀ ਮਿਸਿਸ ਦਾ ਜਿਹੜਾ ਅਕਾਊਂਟ ਸੀਗਾ, ਲੋਨ ਅਕਾਊਂਟ ਸੀਗਾ, ਬਿਨਾਂ ਉਹਨਾਂ ਦੀ ਰਿਕਵੈਸਟ ਤੋਂ ਇਸ ਬ੍ਰਾਂਚ ਤੋਂ ਦੂਜੀ ਬ੍ਰਾਂਚ ਭੇਜ ਦਿੱਤਾ ਗਿਆ ਤੇ 9 ਮਹੀਨੇ ਖਰਾਬ ਕਰਨ ਤੋਂ ਬਾਅਦ ਇਹ ਲਿਖ ਕੇ ਦਿੱਤਾ ਗਿਆ ਵੀ ਲੋਨ ਨਹੀਂ ਹੋਣਾ। ਉਹੀ ਜੋ 4 ਲੱਖ ਦਾ ਅਸੀਂ ਟੌਪ ਅਪ ਲੋਨ ਲੈਣਾ ਸੀਗਾ ਉਹ ਇਹਨਾਂ ਨੇ ਦਿੱਤਾ। ਫਿਰ ਮੈਂ ਅਕਾਊਂਟ ਬੰਦ ਕਰਾਇਆ ਮਿਸਿਸ ਨੇ ਤੇ LIC ਹਾਊਸਿੰਗ ਫਾਈਨਾਂਸ ਵਾਲਿਆਂ ਨੇ ਉਸੇ ਚੀਜ਼ਾਂ ਦੇ ਉੱਪਰ ਸਾਨੂੰ 10 ਲੱਖ ਦਾ ਲੋਨ ਦੇਤਾ। ਜੋ ਮਿਸਿਸ ਨੇ ਕੰਪਲੇਂਟ ਵਾਪਸ ਨਹੀਂ ਲਈ ਤਾਂ ਉਸ ਦੀ ਇਨਕੁਆਇਰੀ ਇਹਨਾਂ ਨੇ ਕਿਵੇਂ ਬੰਦ ਕਰ ਦਿੱਤੀ ਗਈ। ਹੈੱਡ ਆਫਿਸ ਮੈਂ ਬੰਬੇ ਤੇ ਵੀ ਲੈਟਰਾਂ ਲਿਖੀਆਂ, ਚੰਡੀਗੜ੍ਹ ਵੀ ਲੈਟਰਾਂ ਲਿਖੀਆਂ। ਉਹ ਜੋ ਲੈਟਰ ਇਹਨਾਂ ਕੋਲ ਆਉਂਦੀ ਸੀ ਇਨਕੁਆਇਰੀ ਕਰੋ, ਇਨਕੁਆਇਰੀ ਕਰਦੇ ਨਹੀਂ ਸੀਗੇ ਤੇ ਉੱਥੇ ਬਠਿੰਡੇ ਹੀ ਉਸ ਲੈਟਰ ਨੂੰ ਬੰਦ ਕਰ ਦਿੰਦੇ ਸੀਗੇ ਬਿਨਾਂ ਮਿਸਿਸ ਤੋਂ ਪੁੱਛੇ। ਇਹਨਾਂ ਦੀ ਵੱਡੀ ਗਲਤੀ ਕੀ ਸੀ ਇਹਨਾਂ ਦੇ ਮਚੰਦਾ ਜੀ ਦੀ ਵੀ ਇਹਨਾਂ ਨੇ ਜਿਹੜਾ ਲੋਨ ਅਕਾਊਂਟ ਹੈ ਇੱਕ ਬ੍ਰਾਂਚ ਤੋਂ ਦੂਜੀ ਬ੍ਰਾਂਚ ਦੇ ਵਿੱਚ ਟ੍ਰਾਂਸਫਰ ਨਹੀਂ ਹੋ ਸਕਦਾ, ਲੇਕਿਨ ਇਹਨਾਂ ਨੇ ਜੋ ਮਿਸਿਸ ਨੇ ਐਪਲੀਕੇਸ਼ਨ ਦਿੱਤੀ ਕਰਤਾ। ਇਹਨਾਂ ਤੋਂ ਗਲਤੀ ਹੋ ਗਈ, ਚਲੋ ਕੋਈ ਗੱਲ ਨਹੀਂ, ਲੇਕਿਨ ਇਧਰੋਂ ਉਹ ਆਪਦੀ ਗਲਤੀ ਨੂੰ ਸੁਧਾਰਨ ਲਈ ਇਹਨਾਂ ਨੇ ਕੀ ਕੀਤਾ, ਬਿਨਾਂ ਇਧਰੋਂ ਅਸੀਂ ਲੋਨ ਅਪਲਾਈ ਕੀਤਾ, ਇਧਰ ਅਸੀਂ 6 ਮਹੀਨੇ ਧੱਕੇ ਖਾਂਦੇ ਰਹੇ। ਉਸ ਤੋਂ ਬਾਅਦ ਕੀ ਕੀਤਾ ਵੀ ਇਹਨਾਂ ਨੇ ਜਿਹੜਾ ਅਕਾਊਂਟ ਸੀਗਾ ਉਸ ਬ੍ਰਾਂਚ ਟ੍ਰਾਂਸਫਰ ਕਰਤਾ। ਮਿਸਿਸ ਜੋ ਇੱਥੇ ਨਰੇਸ਼ ਬਾਂਸਲ ਮੈਨੇਜਰ ਸੀ ਉਹਨੂੰ ਪੁੱਛਿਆ ਵੀ ਦੱਸੋ ਵੀ ਮੇਰਾ ਅਕਾਊਂਟ ਕਿਵੇਂ ਟ੍ਰਾਂਸਫਰ ਕਰਤਾ ਤੁਸੀਂ ਵੀ ਮੈਂ, ਉਹ ਕਹਿੰਦੇ ਹੁਣ ਤੁਸੀਂ ਜੇ ਉੱਧਰ ਜਾ ਕੇ ਕਰੋ। ਕਹਿੰਦੀ ਮੈਂ 6 ਮਹੀਨੇ ਇੱਧਰ ਧੱਕੇ ਖਾਂਦੀ ਰਹੀ, ਹੁਣ ਮੈਂ ਉੱਧਰ ਜਾ ਕੇ ਕਰਾਂ। ਆ ਮੇਰੇ ਬੇਟੇ ਦਾ ਲੋਨ ਸੀਗਾ, ਆ ਬੇਟੇ ਦੇ ਲੋਨ ਦੇ ਵਿੱਚੋਂ ਇਹਨੇ ਕੀ ਕੀਤਾ 4 ਮਹੀਨੇ ਮੈਨੂੰ ਭਗਾਇਆ। 4 ਮਹੀਨੇ ਪਕਾਉਣ ਦੇ ਬਾਅਦ ਇਹਨੇ ਲਿਖਦਾ ਵੀ ਕਲੋਜ਼ ਰਿਲੇਟਿਵ ਦਾ ਲੋਨ ਨਹੀਂ ਹੋ ਸਕਦਾ। ਕਲੋਜ਼ ਹੈ ਉਹਨੇ ਬੇਟਾ ਮੇਰਾ 18 ਸਾਲ ਤੋਂ ਵੱਧ ਹੈ, 15 ਲੱਖ ਦਾ ਦੁਕਾਨ 'ਚ ਸਮਾਨ ਪਿਆ ਹੈ ਵੀ ਉਹ ਲੋਨ ਕਲੋਜ਼ ਰਿਲੇਟਿਵ ਨਾਲ ਉਹਦਾ ਕੀ ਸੰਬੰਧ ਹੈ? ਉਹ ਆਪਦਾ ਇੱਕ ਬਾਲਿਗ ਬੰਦਾ, ਉਹ ਆਪਦਾ ਲੋਨ ਲੈਣਾ, ਆਪਦਾ ਕੰਮ ਕਰਨਾ। ਉਹੀ ਲੋਨ ਜੋ ਸਟੇਟ ਬੈਂਕ ਆਫ ਪਟਿਆਲਾ ਨੇ ਰਿਫਿਊਜ਼ ਕੀਤਾ ਮਚੰਦਾ ਜੀ ਨੇ, ਉਹੀ ਦਾ ਸੇਮ ਲੋਨ ਜਿਹੜਾ ਸੀਗਾ ਉਹ ਸਟੇਟ ਬੈਂਕ ਆਫ ਇੰਡੀਆ ਨੇ 1 ਮਹੀਨੇ ਬਾਅਦ ਪਾਸ ਕਰਤਾ। ਇਹਨਾਂ ਜੋ ਵੀ ਪਹਿਲਾਂ ਲਾਏ ਵੀ ਤੁਸੀਂ ਜੋ ਤੁਹਾਨੂੰ ਪਹਿਲਾਂ ਹੀ ਪਤਾ ਸੀ ਲੋਨ ਨਹੀਂ ਹੋ ਸਕਦਾ, ਫਿਰ ਤੁਸੀਂ 4 ਮਹੀਨੇ ਕਦੇ ਆਹ ਲੈਟਰ ਲਿਆਓ ਜੀ, ਕਦੇ ਆਹ ਲੈਟਰ ਲਿਆਓ, ਕਿਉਂ ਲਾਇਆ ਗਿਆ? ਜੋ ਇਹਨਾਂ ਦੀ ਕੰਪਲੇਂਟ ਹੋਈ ਉਸ ਰੰਜਿਸ਼ ਨੂੰ ਕੱਢਣ ਲਈ ਹੀ ਸੁਨੀਲ ਮਚੰਦਾ ਜੀ ਨੇ ਮੇਰੇ ਵਿਰੁੱਧ ਗਲਤ ਇਲਜ਼ਾਮ ਲਾਏ ਤੇ ਮੇਰਾ ਸਾਰਾ ਜੋ ਇਹਨਾਂ ਨੇ ਫਾਈਨੈਂਸ਼ੀਅਲ ਲੋਸ ਤੇ ਮੇਰਾ ਮੈਂਟਲੀ ਜਿਹੜਾ ਮੈਨੂੰ ਲੋਸ ਕੀਤਾ ਇਹਨਾਂ ਨੇ। ਮੈਂ ਹਜੇ ਵੀ ਰਾਤ ਨੂੰ ਜਦੋਂ ਮੈਂ ਕਦੇ ਜਾਗ ਖੋਲ ਜਾਂਦੀ ਹੈ ਚੀਜ਼ ਯਾਦ ਹੁੰਦੀ ਹੈ ਤੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਕੀ ਹੁਣ ਮੰਗ ਕਰਦੇ ਹੋ ਤੁਸੀਂ? ਮੰਗ ਇਹ ਕਰਦਾ ਵੀ ਮੇਰੀ ਇਨਕੁਆਇਰੀ ਦੁਆਰਾ ਕਰਾਈ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਜੋ ਮੇਰੀ ਮਿਸਿਸ ਨੇ ਕੰਪਲੇਂਟ ਕੀਤੀ ਉਸ ਕੰਪਲੇਂਟ ਨੂੰ ਵੀ ਦੁਆਰਾ ਕੀਤਾ ਜਾਵੇ ਵੀ ਉਹ ਕਿਵੇਂ ਬੰਦ ਹੋਏਗੀ ਤੁਹਾਡੀ ਕੰਪਲੇਂਟ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ। ਸਾਡੀਆਂ ਖਬਰਾਂ, ਸਾਡੀਆਂ ਕੋਸ਼ਿਸ਼ਾਂ, ਸਾਡਾ ਤਰੱਦਦ ਅਗਰ ਤੁਹਾਨੂੰ ਚੰਗਾ ਲੱਗਦਾ ਤਾਂ ਇਸ ਨੂੰ ਆਪਣੇ ਦੋਸਤਾਂ ਦੇ ਨਾਲ, ਆਪਣੇ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਅੱਜ ਮੈਂ ਪਹੁੰਚਿਆ ਹੋਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਕੈਂਪਸ ਹੈ ਤੇ ਕੈਂਪਸ ਦੇ ਵਿੱਚ SBI ਦੀ ਬ੍ਰਾਂਚ ਆ, ਸਟੇਟ ਬੈਂਕ ਆਫ ਇੰਡੀਆ ਫਰੀਦਕੋਟ। ਇਹ ਪਹਿਲਾਂ ਸਟੇਟ ਬੈਂਕ ਆਫ ਪਟਿਆਲਾ ਹੁੰਦੀ ਸੀ। ਅਕਸਰ ਅਸੀਂ ਬੈਂਕਾਂ ਦੇ ਵਿੱਚ ਕੰਮ ਹੁੰਦਾ ਦੇਖਦੇ ਹਾਂ, AC ਲੱਗੇ ਹੁੰਦੇ ਆ, ਬੜੇ ਸ਼ਾਂਤ ਤਰੀਕੇ ਦੇ ਨਾਲ ਕੈਬਨਾਂ ਦੇ ਵਿੱਚ ਕੰਮ ਚੱਲਦਾ ਰਹਿੰਦਾ, ਪਰ ਅਸਲ ਦੇ ਵਿੱਚ ਇਹਨਾਂ ਬੈਂਕਾਂ ਦੇ ਵਿੱਚ ਵੀ ਉਹੀ
ਕੁਝ ਹੁੰਦਾ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂ ਨਿੱਜੀ ਦਫ਼ਤਰਾਂ ਦੇ ਵਿੱਚ ਰੰਜਿਸ਼ਬਾਜ਼ੀਆਂ, ਇਹ ਇਸ ਤਰ੍ਹਾਂ ਦੇ ਤਹਿਤ ਛੋਟੇ ਮੁਲਾਜ਼ਮਾਂ ਨੂੰ ਦਬਾਉਣਾ, ਛੋਟੇ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨਾ, ਇਹਨਾਂ ਬੈਂਕਾਂ ਦੇ ਵਿੱਚ ਵੀ ਇਹੀ ਹੁੰਦਾ। ਤੇ ਅੱਜ ਇਸ ਜਿਹੜੀ ਰੰਜਿਸ਼ਬਾਜ਼ੀ ਆ ਇਹਦਾ ਸ਼ਿਕਾਰ ਹੋਇਆ ਫਰੀਦਕੋਟ ਦਾ ਪਵਨ ਕੁਮਾਰ, ਜਿਹੜਾ ਪਹਿਲਾਂ ਸਟੇਟ ਬੈਂਕ ਆਫ ਪਟਿਆਲਾ 'ਚ ਸੀ ਤੇ ਅੱਜ ਕੱਲ੍ਹ ਇਸ ਬੈਂਕ ਦੇ ਵਿੱਚੋਂ ਸੇਵਾ ਮੁਕਤ ਹੋਇਆ ਸਟੇਟ ਬੈਂਕ ਆਫ ਇੰਡੀਆ 'ਚੋਂ। ਇਸੇ ਤਰ੍ਹਾਂ ਦੀ ਰੰਜਿਸ਼ਬਾਜ਼ੀ ਦਾ ਸ਼ਿਕਾਰ ਹੋਇਆ ਫਰੀਦਕੋਟ ਦਾ ਇਹ ਪਵਨ ਕੁਮਾਰ, ਜਿਹੜਾ ਬੈਂਕ ਦੇ ਵਿੱਚ ਕਰਮਚਾਰੀ ਸੀ ਤੇ ਇਸ ਵੇਲੇ ਸਰਵਿਸ ਦਾ ਆਪਣਾ ਕਾਫੀ ਨੁਕਸਾਨ ਕਰਾ ਚੁੱਕਿਆ। ਕੀ ਆ ਸਾਰਾ ਮਾਮਲਾ, ਇਹ ਸਾਨੂੰ ਦੱਸਣਗੇ ਪਵਨ ਕੁਮਾਰ ਜੀ। ਉਹਨਾਂ ਤੋਂ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੀ ਇਹ ਧੱਕੇਸ਼ਾਹੀ ਹੋਈ ਆ ਤੇ ਕੀ ਆ ਅਸਲ ਮਸਲਾ। ਬੈਂਕ ਦੇ ਵਿੱਚੋਂ ਬਾਹਰ ਆਏ ਨੇ ਤੇ ਆ ਕੇ ਸਾਡੇ ਨਾਲ ਗੱਲ ਕਰਦੇ ਆ। ਤੇ ਪਿਛਲੇ 4 ਸਾਲਾਂ ਤੋਂ ਇਸੇ ਤਰ੍ਹਾਂ ਬੈਂਕ ਆਉਣਾ, ਆਪਣੇ ਕਾਰੋਬਾਰ ਲਈ, ਆਪਣੀ ਸਰਵਿਸ ਦੇ ਰਿਕਾਰਡ ਲਈ ਆਉਣਾ ਇਹਨਾਂ ਦਾ ਰੋਜ਼ਮर्रा ਦਾ ਬਣ ਚੁੱਕਿਆ, ਖੱਜਲ ਖੁਆਰੀ, ਰੋਜ਼ ਦੀ ਪਰੇਸ਼ਾਨੀ। ਤੇ ਕੀ ਅਸਲ ਮਾਮਲਾ ਆਪਾਂ ਇਹਨਾਂ ਤੋਂ ਸੁਣਦੇ ਹਾਂ ਕਿ ਕਿਉਂ ਪਰੇਸ਼ਾਨ ਹੋ ਰਿਹਾ ਪੈ ਰਿਹਾ ਇਹਨਾਂ ਨੂੰ ਇੰਨੇ ਸਾਲਾਂ ਤੋਂ ਬੈਂਕ ਦੇ ਵਿੱਚ। ਸਰ ਮੇਰਾ ਨਾਮ ਹੈ ਜੀ ਪਵਨ ਕੁਮਾਰ ਵਰਮਾ। ਪਵਨ ਜੀ, ਕੀ ਹੈ ਮਸਲਾ? ਮਸਲਾ ਇਹ ਹੈ ਵੀ ਮੈਂ ਘੱਟੋ ਘੱਟ ਇੱਕ ਬੈਂਕ 35 ਸਾਲ ਇਸ ਬੈਂਕ ਦੀ ਸਰਵਿਸ ਕੀਤੀ ਤੇ 1919 ਦੇ ਵਿੱਚ ਮੈਂ ਫਰਵਰੀ ਵਿੱਚ ਰਿਟਾਇਰ ਹੋਇਆ। ਅੱਜ ਤੱਕ ਮੇਰੀ 35 ਸਾਲ ਦੇ ਵਿੱਚ ਕੋਈ ਵੀ ਮੇਰੇ ਅਜੇ ਕੋਈ ਕੰਪਲੇਂਟ ਨਹੀਂ ਹੋਈ, ਕਿਉਂਕਿ ਮੈਂ ਇਹ ਬਹੁਤ ਵਧੀਆ ਸਰਵਿਸ ਦਿੰਦੇ ਸੀ ਤੇ ਸਾਰਾ ਕੁਝ ਸੀ। ਲੇਕਿਨ ਜਾਣ ਤੋਂ ਸਾਲ ਕੁ ਪਹਿਲਾਂ, 1.5 ਸਾਲ ਪਹਿਲਾਂ, ਇੱਕ ਬੰਦਾ ਇੱਥੇ ਜਸਵਿੰਦਰ ਸਿੰਘ ਕੋਹਲੀ ਸੀ ਜਿਸ ਨੇ ਮੇਰੀ ਕੰਪਲੇਂਟ ਕੀਤੀ ਰੰਜਿਸ਼ ਵਜੋਂ, ਕਿਉਂਕਿ ਉਹਦੇ ਭਰਾ ਦਾ ਆਪਸ 'ਚ ਕੋਈ ਰੌਲਾ ਸੀ ਘਰਾਂ ਦਾ। ਲੇਕਿਨ ਉਸਨੇ ਰੰਜਿਸ਼ ਵਜੋਂ ਕੰਪਲੇਂਟ ਕੀਤੀ। ਉਸਨੇ ਸਾਡੇ ਕੋਲ ਆ ਕੇ, ਕਿਉਂਕਿ ਜਾਣਦਾ ਸੀ ਸਾਡਾ ਗੁਆਂਢੀ ਸੀ, ਉਹਨੇ ਇੱਥੇ ਆ ਕੇ ਅਕਾਊਂਟ ਖੁਲਾਇਆ। ਅਕਾਊਂਟ ਖੁਲਾਉਣ ਤੋਂ ਬਾਅਦ ਉਹਨੇ 1.5 ਮਹੀਨੇ 2 ਮਹੀਨੇ ਬਾਅਦ ਜੈਨ ਸਕੂਲ 'ਚੋਂ ਲੋਨ ਲਿਆ ਉਹਨੇ। ਤੇ ਲੋਨ ਲੈਣ ਤੋਂ ਬਾਅਦ ਉਹਨੇ ਇੱਥੋਂ ਆ ਕੇ, ਕਿਉਂਕਿ ਅਕਾਊਂਟ ਇੱਥੇ ਸੀ, ਪੇਮੈਂਟ ਇੱਥੇ ਲੈਣੀ ਸੀ, ਇੱਥੋਂ ਪੇਮੈਂਟ ਲੈ ਕੇ ਉਹਨੇ ਵਿਡਰਾਲ ਕੀਤਾ, ਵਿਡਰਾਲ ਤੇ ਸਾਈਨ ਕੀਤੇ, ਕਿਉਂਕਿ ਅਕਾਊਂਟ ਰਿਸਟ੍ਰਿਕਟਡ ਸੀ। 6 ਮਹੀਨੇ ਤੱਕ ਜਿਹੜੀ ਕੋਈ ਵੀ ਪੇਮੈਂਟ ਹੁੰਦੀ ਹੈ ਉਹ ਮੈਨੇਜਰ ਪਾਸ ਕਰਦਾ ਹੈ। ਅਸੀਂ ਕਿਉਂ ਬਣਾਉਂਦੇ ਹਾਂ, ਮੈਨੇਜਰ ਪਾਸ ਕਰਦਾ ਤਾਂ ਆ ਕੇ ਕਾਊਂਟਰ ਤੋਂ ਪੇਮੈਂਟ ਲੈ ਲੈਂਦਾ। ਕਿਉਂਕਿ ਕਾਊਂਟਰ ਤੇ ਮੈਂ ਹੀ ਸੀਗਾ, ਮੈਂ ਕਿਉਂ ਬਣਾਈ, ਮੈਨੇਜਰ ਨੇ ਪਾਸ ਕੀਤੀ ਤੇ ਆ ਕੇ ਉਸਨੇ ਕਾਊਂਟਰ ਤੋਂ ਪੇਮੈਂਟ ਲੈ ਲਈ। ਤੇ 15 ਦਿਨ ਮਹੀਨੇ ਬਾਅਦ ਕਹਿੰਦਾ ਜੀ ਮੈਂ ਤਾਂ ਪੇਮੈਂਟ ਲਈ ਨਹੀਂ। ਜੋ ਪੇਮੈਂਟ ਨਹੀਂ ਲਈ ਉਸ ਵਿਰੁੱਧ ਉਹਨੇ ਇਨਕੁਆਇਰੀ ਕਰਾਈ, ਇਨਕੁਆਇਰੀ ਅਫਸਰ ਲਾਤਾ। ਇਨਕੁਆਇਰੀ ਅਫਸਰ ਵੀ ਉਸ ਬੰਦੇ ਨੂੰ ਲਾਇਆ ਗਿਆ ਜਿਸ ਵਿਰੁੱਧ ਮੇਰੇ ਬੇਟੇ ਨੇ ਤੇ ਮੇਰੀ ਮਿਸਿਜ ਨੇ ਕੰਪਲੇਂਟ ਕੀਤੀਆਂ ਸੀ। ਉਹ ਸੁਨੀਲ ਮਚੰਦਾ ਜੀ ਨੇ ਇਨਕੁਆਇਰੀ ਅਫਸਰ ਲਾਇਆ ਤੇ ਉਸ ਨੇ ਰੰਜਿਸ਼ ਵਜੋਂ ਮੇਰੇ ਤੇ ਸਾਰੇ ਗਲਤ ਇਲਜ਼ਾਮ ਲਾਏ। ਜਦੋਂ ਕਿ ਜੋ ਪੇਮੈਂਟ ਮੈਨੇਜਰ ਨੇ ਪਾਸ ਕੀਤੀ ਹੈ ਤਾਂ ਮੈਂ ਇਕੱਲਾ ਜ਼ਿੰਮੇਵਾਰ ਕਿਉਂ? ਇੱਕ ਬੈਂਕ ਦਾ ਅਸੂਲ ਹੈ, ਜੇ ਚੈੱਕ ਬੁੱਕ ਵਾਲਾ ਅਕਾਊਂਟ ਮੇਰੇ ਤੇ ਲਾਇਆ ਗਿਆ ਵੀ ਚੈੱਕ ਬੁੱਕ ਵਾਲਾ ਅਕਾਊਂਟ ਸੀ, ਤੁਸੀਂ ਵਿਡਰਾਲ ਦੇ ਪੇਮੈਂਟ ਕਿਸ ਤਰ੍ਹਾਂ ਕੀਤੀ? ਜਦ ਕਿ ਇੱਥੇ ਇੱਕ ਜ਼ਰੂਰੀ ਹੈ ਵੀ ਸਾਡੇ ਕੋਲ ਜਿੰਨੇ ਵੀ ਡਾਕਟਰ ਆਉਂਦੇ ਆ ਜਾਂ ਜੋ ਵੀ ਆਉਂਦੇ ਆ, ਸਾਨੂੰ ਉਹਨਾਂ ਦੀ ਜਿਹੜੀ ਪੇਮੈਂਟ ਹੈ ਉਹ ਕਰਨੀ ਪੈਂਦੀ ਹੈ। ਕਿਉਂਕਿ ਬੈਂਕ ਮੈਨੇਜਮੈਂਟ ਇਹ ਕਹਿੰਦੀ ਹੈ ਵੀ ਤੁਸੀਂ ਕਿਸੇ ਤਰ੍ਹਾਂ ਵੀ ਕਿਸ ਨੂੰ ਜਿਹੜਾ ਟੈਕਟਫੁਲੀ ਹੈਂਡਲ ਕਰਨੇ, ਸਾਡੇ ਕੋਲ ਕੰਪਲੇਂਟ ਨਾ ਹੋਵੇ। ਜਦੋਂ ਜਸਵਿੰਦਰ ਸਿੰਘ ਕੋਹਲੀ ਨੇ ਮੇਰੀ ਕੰਪਲੇਂਟ ਕੀਤੀ, ਅਸੀਂ ਸਾਰੇ ਬੰਦਿਆਂ ਨੂੰ ਕਿਹਾ ਵੀ ਤੂੰ ਗਲਤ ਕੰਪਲੇਂਟ ਕਿਉਂ ਕੀਤੀ ਹੈ, ਤਾਂ ਉਸਨੇ ਆਪਦੀ ਕੰਪਲੇਂਟ ਵਾਪਸ ਲੈ ਲਈ। ਜਦੋਂ ਕੰਪਲੇਂਟ ਵਾਪਸ ਲੈ ਲਈ ਤਾਂ ਮੇਰੇ ਵਿਰੁੱਧ ਐਕਸ਼ਨ ਕਿਸ ਚੀਜ਼ ਦਾ? ਸਾਈਨ ਉਸ ਦੇ ਵਿਡਰਾਲ ਦੇ ਉੱਪਰ ਹੈ। ਉਸਨੇ ਮੈਨੂੰ CIA ਸਟਾਫ 'ਚ, ਐਂਟੀ ਫਰਾਡ ਸਟਾਫ 'ਚ ਸਾਰੀਆਂ ਕੰਪਲੇਂਟ ਕੀਤੀਆਂ ਜੋ ਝੂਠੀਆਂ ਨਿਕਲੀਆਂ। ਫਿਰ ਉਸਨੇ ਇੱਕ ਮੇਰੇ ਤੇ ਹੋਰ ਇਲਜ਼ਾਮ ਲਾਇਆ ਵੀ ਜੈਨ ਸਕੂਲ ਦੇ ਮੈਨੇਜਰ ਨੇ ਸਾਡੇ ਤੋਂ ਮਤਲਬ ਕਿ ਜੋ ਉੱਥੇ ਬ੍ਰਾਂਚ ਸਾਡੀ ਹੈ ਉੱਥੋਂ ਉਹਨੇ ਚੈੱਕ ਲੈ ਕੇ ਤੇ ਮੇਰਾ ਯੂਜ਼ ਕੀਤਾ। ਜਦ ਕਿ ਉਸ ਦੇ ਜੋ ਸਾਡੇ ਮਿਸਟਰ ਸੁਧਾਂਸ਼ੂ ਸੀ ਜੈਤੋ ਦੇ ਚੀਫ ਮੈਨੇਜਰ, ਉਹਨਾਂ ਨੇ ਪੂਰੀ ਇਨਕੁਆਇਰੀ ਕੀਤੀ ਜੋ ਝੂਠੀ ਨਿਕਲੀ। ਜਿਹਨੂੰ ਸੁਨੀਲ ਮਚੰਦਾ ਜੀ ਨੇ ਜੋ ਵੀ ਇਨਕੁਆਇਰੀ ਮੇਰੇ ਵਿਰੁੱਧ ਰੰਜਿਸ਼ ਤੌਰ ਤੇ ਕੀਤੀ ਹੈ, ਕਿਉਂਕਿ ਮੇਰੀ ਮਿਸਿਜ ਨੇ ਉਹਦੇ ਉੱਤੇ ਮੇਰੇ ਬੇਟੇ ਨੇ ਕੰਪਲੇਂਟ ਕੀਤੀ ਸੀ ਤੇ ਜੋ ਮੇਰੀ ਮਿਸਿਜ ਨੇ ਕੰਪਲੇਂਟ ਕੀਤੀਆਂ ਸੀਗੀਆਂ ਉਸ ਨੂੰ ਬਿਨਾਂ ਇਨਕੁਆਇਰੀ ਕੀਤੇ ਜਦੋਂ ਅਸੀਂ ਕਰਦੇ ਸੀਗੇ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਸੀਗਾ। ਕਿਉਂਕਿ ਉਹ ਰੀਜਨਲ ਆਫਿਸ ਦੇ ਵਿੱਚ ਇੱਕ ਚੰਗੇ ਅਫਸਰ ਰਹੇ ਹੈ ਤੇ ਅਫਸਰੀ ਦਾ ਆਪਦਾ ਉਹ ਦਬਦਬਾ ਬਣਾ ਕੇ ਉਸ ਨੂੰ ਉਹ ਯੂਜ਼ ਕਰਦੇ ਸੀਗੇ। ਮੇਰੇ ਵਿਰੁੱਧ ਜੋ ਉਹਨਾਂ ਨੇ 4 ਇਲਜ਼ਾਮ ਲਾਏ, 4 ਇਲਜ਼ਾਮ ਚੋਂ 2 ਤਾਂ ਪਹਿਲਾਂ ਹੀ ਝੂਠੇ ਨਿਕਲ ਗਏ। ਜੋ ਸਾਡੇ ਦੂਜੇ ਅਫਸਰਾਂ ਨੇ ਇਨਕੁਆਇਰੀ ਕੀਤੀ ਵੀ ਇਹ ਇਲਜ਼ਾਮ ਝੂਠੇ ਆ, ਇਹ ਇਲਜ਼ਾਮ ਨਹੀਂ ਬਣਦੇ। ਜੇ 2 ਇਲਜ਼ਾਮ ਦੇ ਵਿੱਚੋਂ ਵੀ ਜੋ ਵਿਡਰਾਲ ਦੀ ਪੇਮੈਂਟ ਅਸੀਂ ਕੀਤੀ ਜੋ ਚੈੱਕ ਬੁੱਕ ਵਾਲਾ ਅਕਾਊਂਟ, ਉਸ ਡੇਟ ਦੇ ਵਿੱਚ ਉਸ ਦੇ ਕੋਲੇ ਬੰਦੇ ਕੋਲੇ ਚੈੱਕ ਬੁੱਕ ਵੀ ਨਹੀਂ ਸੀ। ਕਿਉਂਕਿ ਜੋ ਉਸ ਨੂੰ ਚੈੱਕ ਬੁੱਕ ਮਿਲੀ ਸੀ ਉਸਨੇ ਜੋ ਜੈਨ ਸਕੂਲ ਬ੍ਰਾਂਚ ਜਿਹੜੀ ਹੈਗੀ ਹੈ ਉਸ ਤੋਂ ਲੋਨ ਲਿਆ ਸੀ, ਸਾਰੇ ਦੇ ਸਾਰੇ ਚੈੱਕ ਬੁੱਕ ਉਸਨੇ ਉੱਥੇ ਉਸ ਨੂੰ ਯੂਜ਼ ਕਰ ਲਏ ਸੀਗੇ। ਹੁਣ ਜਦੋਂ ਇੱਕ ਬੰਦੇ ਕੋਲ ਚੈੱਕ ਬੁੱਕ ਨਹੀਂ, ਉਹ ਪਾਸਬੁੱਕ ਲਿਆ ਕੇ ਬੈਂਕ ਤੋਂ ਵਿੱਚੋਂ ਪੇਮੈਂਟ ਲੈ ਸਕਦਾ ਹੈ। ਉਹ ਵੀ ਬੈਂਕ ਵਿੱਚ ਆਇਆ, ਪਾਸਬੁੱਕ ਉਹਦੇ ਕੋਲੇ ਸੀ, ਪੇਮੈਂਟ ਉਹਨੇ ਲਈ, ਕਾਪ ਦੀ ਕਾਪੀ ਦੇ ਵਿੱਚ ਐਂਟਰੀ ਕਰਾਈ, ਪੇਮੈਂਟ ਜਿਹੜੀ ਸੀ ਮੈਨੇਜਰ ਨੇ ਪਾਸ ਕੀਤੀ। ਲੇਕਿਨ ਇਲਜ਼ਾਮ ਮੇਰੇ ਇਕੱਲੇ ਤੇ ਇਸ ਕਰਕੇ ਲਾਇਆ ਗਿਆ ਕਿਉਂਕਿ ਮੇਰੀ ਮਿਸਿਜ ਨੇ ਉਸ ਅਫਸਰ ਵਿਰੁੱਧ ਕੰਪਲੇਂਟ ਕੀਤੀ ਸੀ ਜਿਸ ਨੇ ਇਨਕੁਆਇਰੀ ਕੀਤੀ। ਇਸ ਕਰਕੇ ਮੈਨੂੰ ਜੋ ਸੀ ਮੇਰੇ ਨੂੰ ਸਜ਼ਾ ਦਿੱਤੀ ਗਈ, ਮੇਰੇ ਇੱਕ ਇਨਕਰੀਮੈਂਟ ਡਾਊਨ ਕਰਤਾ ਤੇ ਜੋ ਮੇਰੀ ਪ੍ਰਮੋਸ਼ਨ ਹੋਣੀ ਸੀ ਉਸ ਨੂੰ ਵੀ ਰੋਕ ਕੇ ਮੇਰਾ ਘੱਟੋ ਘੱਟ ਇਹਨਾਂ ਨੇ ਬਹੁਤ ਵੱਡਾ ਲੋਸ ਕੀਤਾ ਤੇ ਮੈਂ ਮੈਂਟਲੀ ਜਿਹੜਾ ਸੀਗਾ ਬਹੁਤ ਡਿਸਟਰਬ ਹੋਇਆ। ਮੈਨੂੰ ਬੜੀ ਡਿਸਟਰਬੈਂਸ ਹੁੰਦੀ ਹੈ ਵੀ 35 ਸਾਲ ਦੀ ਇੱਕ ਵਧੀਆ ਸਰਵਿਸ ਕਰਨ ਤੋਂ ਬਾਅਦ ਇੱਕ ਉਸ ਬੰਦੇ ਨੇ ਮੇਰੇ ਉੱਤੇ ਗਲਤ ਇਲਜ਼ਾਮ ਲਾ ਕੇ ਮੈਨੂੰ ਮੈਂਟਲੀ ਡਿਸਟਰਬ ਕੀਤਾ ਤੇ ਮੇਰਾ ਫਾਈਨੈਂਸ਼ੀਅਲ ਲੋਸ ਵੀ ਕੀਤਾ ਤੇ ਮੇਰੇ ਇੱਕ ਜਿਹੜੀ 35 ਸਾਲ ਦੀ ਸਰਵਿਸ ਦੇ ਉੱਪਰ ਇੱਕ ਦਾਗ ਵੀ ਲਾਇਆ। ਇਸ ਕਰਕੇ ਮੈਂ ਇਹ ਰਿਕਵੈਸਟ ਕਰਦਾ ਹਾਂ ਵੀ ਤੁਸੀਂ
ਸਾਰਿਆਂ ਤੋਂ ਇੱਥੋਂ ਪੁੱਛ ਸਕਦੇ ਹੋ ਵੀ ਪੇਮੈਂਟ ਬੈਂਕ 'ਚ ਕਿਸ ਤਰ੍ਹਾਂ ਹੁੰਦੀ ਹੈ। ਇੱਥੇ ਡਾਕਟਰ ਹੁੰਦੇ ਸੀ, ਡਾਕਟਰ ਕਹਿੰਦੇ ਵੀ ਤੁਸੀਂ ਪੇਮੈਂਟ ਕਰਨੀ ਕਿ ਨਹੀਂ ਕਰਨੀ। ਤੁਸੀਂ ਜਿਹੜਾ ਇਹ ਤੁਹਾਡੇ ਖਿਲਾਫ ਉਹਨਾਂ ਨੇ ਫੈਸਲਾ ਕਰਤਾ, ਉਸ ਫੈਸਲੇ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ? ਫੈਸਲੇ ਖਿਲਾਫ ਮੈਂ ਡੀਜੀਐਮ ਸਾਹਿਬ ਕੋਲ ਵੀ ਗਿਆ ਸੀਗਾ। ਡੀਜੀਐਮ ਸਾਹਿਬ ਕਹਿੰਦੇ ਮੈਂ ਕਿ ਦੱਸੋ ਜੀ ਤੁਸੀਂ ਇਹ ਪੇਮੈਂਟ ਕਿਸ ਤਰ੍ਹਾਂ ਗਲਤ ਆ, ਮੈਂ ਦੱਸੋ। ਉਹਨਾਂ ਨੇ ਮੇਰੇ ਕੋਲ ਜੋ ਪਹਿਲਾਂ ਇਲਜ਼ਾਮ ਲਾਇਆ ਸੀ, ਮੇਰੀ ਇਨਕਮ ਮੈਂ ਡਾਊਨ ਕੀਤਾ ਸੀ, ਉਸ ਨੂੰ ਖਤਮ ਕਰਕੇ ਮੇਰੇ ਤੋਂ ਉੱਪਰ ਕਹਿੰਦੇ ਵੀ ਤੁਸੀਂ 500 ਰੁਪਇਆ ਲਮਸਮ ਜੁਰਮਾਨਾ ਭਰ ਦਿਓ, ਅਸੀਂ ਤੁਹਾਡਾ ਸਾਰਾ ਵਿਡਰਾ ਕਰ ਲੈਂਦੇ ਹਾਂ। ਮੈਂ ਕਿਹਾ ਜੀ ਜੁਰਮਾਨਾ ਤਾਂ ਮੈਂ ਭਰ ਦਿੰਦਾ, ਪਰ ਜੋ ਮੇਰਾ ਪਿਛਲਾ ਮੈਨੂੰ ਬੈਨੀਫਿਟ ਮਿਲਨੇ ਸੀਗੇ ਸਾਲ ਡੇਢ ਸਾਲ ਪਹਿਲਾਂ ਜੋ ਮੇਰੀ ਪ੍ਰਮੋਸ਼ਨ ਹੋਈ ਸੀ ਗੋਲਿਆਂ ਦੇ ਬ੍ਰਾਂਚ 'ਚ, ਉਹ ਮੇਰਾ ਲੋਸ ਕੌਣ ਦੇਗਾ? ਮੈਨੂੰ ਉਹ ਲੋਸ ਦਿੱਤਾ ਜਾਵੇ ਤੇ ਉਹ ਮੈਨੂੰ ਜੋ ਸਾਰਾ ਮੈਨੂੰ ਬੈਨੀਫਿਟ ਮਿਲਦੇ ਜਾਣ, ਮੈਨੂੰ ਦਿੱਤੇ ਜਾਣ, ਤਾਂ ਮੈਂ ਆਪਦੀ ਉਹ 500 ਰੁਪਇਆ ਜੁਰਮਾਨਾ ਭਰਾਂਗਾ। ਇਸ ਕਰਕੇ ਮੈਂ ਜੁਰਮਾਨਾ ਨਹੀਂ ਭਰਿਆ ਤੇ ਮੈਂ ਕਈ ਵਾਰ ਇਹਨਾਂ ਨੂੰ ਲੈਟਰ ਵੀ ਲਿਖਦਾ ਰਿਹਾ, ਲੇਕਿਨ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਹੁਣ ਕਿੰਨੇ ਸਾਲਾਂ ਤੋਂ ਤੁਸੀਂ ਇਸ ਮਾਮਲੇ ਨੂੰ ਲੈ ਕੇ ਪਰੇਸ਼ਾਨ ਹੋ? ਮੈਂ ਤਾਂ ਸਰ ਜਦੋਂ ਦੀ ਮੇਰੇ ਵਿਰੁੱਧ ਕੰਪਲੇਂਟ ਹੋਈ, ਮੈਂ ਉਦੋਂ ਤੋਂ ਇਹਨਾਂ ਨੂੰ ਵਾਰੀ-ਵਾਰੀ ਲੈਟਰ ਲਿਖੇ ਜਾ ਰਿਹਾ ਵੀ ਮੈਂ ਇਹਦੇ ਵਿੱਚ ਮੇਰਾ ਕੋਈ ਫਾਲਟ ਨਹੀਂ। ਮੈਨੇਜਰ ਜੋ ਪਾਸ ਕੀਤੀ ਹੈ ਤਾਂ ਮੈਨੇਜਰ ਦਾ ਵਿੱਚ ਨਾਂ ਕਿਉਂ ਨਹੀਂ ਲਿਆ ਉਹਨੇ? ਉਸਨੇ ਮੈਨੇਜਰ ਨੂੰ ਵਿੱਚੋਂ ਬਾਹਰ ਕੱਢਤਾ ਸੀ ਚੰਦੇ ਨੇ, ਕਿਉਂਕਿ ਉਹਦਾ ਦੋਸਤ ਸੀਗਾ। ਮੈਨੂੰ ਇਕੱਲੇ ਨੂੰ ਫਸਾਇਆ ਗਿਆ। ਇੱਕ ਬੈਂਕ ਦਾ ਸਾਡਾ ਅਸੂਲ ਹੈ ਵੀ ਅਸੀਂ ਕੋਈ ਵੀ ਅਕਾਊਂਟ ਇੱਕ ਜਗ੍ਹਾ ਤੋਂ ਜੋ ਦੂਜੀ ਜਗ੍ਹਾ ਟ੍ਰਾਂਸਫਰ ਕਰਨਾ ਹੈ ਤਾਂ ਇੱਕ ਬੰਦਾ ਰਿਕਵੈਸਟ ਦਿੰਦਾ ਵੀ ਮੇਰੀ ਇਸ ਬ੍ਰਾਂਚ ਤੋਂ ਅਕਾਊਂਟ ਟ੍ਰਾਂਸਫਰ ਕਰਕੇ ਮੇਰਾ ਫਲਾਣੀ ਬ੍ਰਾਂਚ ਭੇਜਿਆ ਜਾਵੇ। ਲੇਕਿਨ ਮੇਰੀ ਮਿਸਿਸ ਦਾ ਜਿਹੜਾ ਅਕਾਊਂਟ ਸੀਗਾ, ਲੋਨ ਅਕਾਊਂਟ ਸੀਗਾ, ਬਿਨਾਂ ਉਹਨਾਂ ਦੀ ਰਿਕਵੈਸਟ ਤੋਂ ਇਸ ਬ੍ਰਾਂਚ ਤੋਂ ਦੂਜੀ ਬ੍ਰਾਂਚ ਭੇਜ ਦਿੱਤਾ ਗਿਆ ਤੇ 9 ਮਹੀਨੇ ਖਰਾਬ ਕਰਨ ਤੋਂ ਬਾਅਦ ਇਹ ਲਿਖ ਕੇ ਦਿੱਤਾ ਗਿਆ ਵੀ ਲੋਨ ਨਹੀਂ ਹੋਣਾ। ਉਹੀ ਜੋ 4 ਲੱਖ ਦਾ ਅਸੀਂ ਟੌਪ ਅਪ ਲੋਨ ਲੈਣਾ ਸੀਗਾ ਉਹ ਇਹਨਾਂ ਨੇ ਦਿੱਤਾ। ਫਿਰ ਮੈਂ ਅਕਾਊਂਟ ਬੰਦ ਕਰਾਇਆ ਮਿਸਿਸ ਨੇ ਤੇ LIC ਹਾਊਸਿੰਗ ਫਾਈਨਾਂਸ ਵਾਲਿਆਂ ਨੇ ਉਸੇ ਚੀਜ਼ਾਂ ਦੇ ਉੱਪਰ ਸਾਨੂੰ 10 ਲੱਖ ਦਾ ਲੋਨ ਦੇਤਾ। ਜੋ ਮਿਸਿਸ ਨੇ ਕੰਪਲੇਂਟ ਵਾਪਸ ਨਹੀਂ ਲਈ ਤਾਂ ਉਸ ਦੀ ਇਨਕੁਆਰੀ ਇਹਨਾਂ ਨੇ ਕਿਵੇਂ ਬੰਦ ਕਰ ਦਿੱਤੀ ਗਈ। ਹੈੱਡ ਆਫਿਸ ਮੈਂ ਬੰਬੇ ਤੇ ਵੀ ਲੈਟਰਾਂ ਲਿਖੀਆਂ, ਚੰਡੀਗੜ੍ਹ ਵੀ ਲੈਟਰਾਂ ਲਿਖੀਆਂ। ਉਹ ਜੋ ਲੈਟਰ ਇਹਨਾਂ ਕੋਲ ਆਉਂਦੀ ਸੀ ਇਨਕੁਆਰੀ ਕਰੋ, ਇਨਕੁਆਰੀ ਕਰਦੇ ਨਹੀਂ ਸੀਗੇ ਤੇ ਉੱਥੇ ਬਠਿੰਡੇ ਹੀ ਉਸ ਲੈਟਰ ਨੂੰ ਬੰਦ ਕਰ ਦਿੰਦੇ ਸੀਗੇ ਬਿਨਾਂ ਮਿਸਿਸ ਤੋਂ ਪੁੱਛੇ। ਇਹਨਾਂ ਦੀ ਵੱਡੀ ਗਲਤੀ ਕੀ ਸੀ ਇਹਨਾਂ ਦੇ ਮਚੰਦਾ ਜੀ ਦੀ ਵੀ ਇਹਨਾਂ ਨੇ ਜਿਹੜਾ ਲੋਨ ਅਕਾਊਂਟ ਹੈ ਇੱਕ ਬ੍ਰਾਂਚ ਤੋਂ ਦੂਜੀ ਬ੍ਰਾਂਚ ਦੇ ਵਿੱਚ ਟ੍ਰਾਂਸਫਰ ਨਹੀਂ ਹੋ ਸਕਦਾ, ਲੇਕਿਨ ਇਹਨਾਂ ਨੇ ਜੋ ਮਿਸਿਸ ਨੇ ਐਪਲੀਕੇਸ਼ਨ ਦਿੱਤੀ ਕਰਤਾ। ਇਹਨਾਂ ਤੋਂ ਗਲਤੀ ਹੋ ਗਈ, ਚਲੋ ਕੋਈ ਗੱਲ ਨਹੀਂ, ਲੇਕਿਨ ਇਧਰੋਂ ਹੁਣ ਆਪਦੀ ਗਲਤੀ ਨੂੰ ਸੁਧਾਰਨ ਲਈ ਇਹਨਾਂ ਨੇ ਕੀ ਕੀਤਾ, ਬਿਨਾਂ ਇਧਰੋਂ ਅਸੀਂ ਲੋਨ ਅਪਲਾਈ ਕੀਤਾ, ਇਧਰ ਅਸੀਂ 6 ਮਹੀਨੇ ਧੱਕੇ ਖਾਂਦੇ ਰਹੇ। ਉਸ ਤੋਂ ਬਾਅਦ ਕੀ ਕੀਤਾ ਵੀ ਇਹਨਾਂ ਨੇ ਜਿਹੜਾ ਅਕਾਊਂਟ ਸੀਗਾ ਉਸ ਬ੍ਰਾਂਚ ਟ੍ਰਾਂਸਫਰ ਕਰਤਾ। ਮਿਸਿਸ ਜੋ ਇੱਥੇ ਨਰੇਸ਼ ਬਾਸਾ ਨੇ ਜਿਸ ਨੂੰ ਪੁੱਛਿਆ ਵੀ ਦੱਸੋ ਵੀ ਮੇਰਾ ਅਕਾਊਂਟ ਕਿਵੇਂ ਟ੍ਰਾਂਸਫਰ ਕਰਤਾ ਤੁਸੀਂ ਵੀ ਮੈਂ, ਉਹ ਕਹਿੰਦੇ ਹੁਣ ਤੁਸੀਂ ਜੇ ਉੱਧਰ ਜਾ ਕੇ ਕਰੋ। ਕਹਿੰਦੀ ਮੈਂ 6 ਮਹੀਨੇ ਇੱਧਰ ਧੱਕੇ ਖਾਂਦੀ ਰਹੀ, ਹੁਣ ਮੈਂ ਉੱਧਰ ਜਾ ਕੇ ਕਰਾਂ। ਆ ਮੇਰੇ ਬੇਟੇ ਦਾ ਲੋਨ ਸੀਗਾ, ਆ ਬੇਟੇ ਦੇ ਲੋਨ ਦੇ ਵਿੱਚੋਂ ਇਹਨੇ ਕੀ ਕੀਤਾ 4 ਮਹੀਨੇ ਮੈਨੂੰ ਭਗਾਇਆ। 4 ਮਹੀਨੇ ਪਕਾਉਣ ਦੇ ਬਾਅਦ ਇਹਨੇ ਲਿਖਦਾ ਵੀ ਕਲੋਜ਼ ਰਿਲੇਟਿਵ ਦਾ ਲੋਨ ਨਹੀਂ ਹੋ ਸਕਦਾ। ਕਲੋਜ਼ ਹੈ, ਉਹਨੇ ਬੇਟਾ ਮੇਰਾ 18 ਸਾਲ ਤੋਂ ਵੱਧ ਹੈ, 15 ਲੱਖ ਦਾ ਦੁਕਾਨ 'ਚ ਸਮਾਨ ਪਿਆ ਹੈ ਵੀ ਉਹ ਲੋਨ ਕਲੋਜ਼ ਰਿਲੇਟਿਵ ਨਾਲ ਉਹਦਾ ਕੀ ਸੰਬੰਧ ਹੈ? ਉਹ ਆਪਦਾ ਇੱਕ ਬਾਲਿਗ ਬੰਦਾ ਹੈ, ਉਹ ਆਪਦਾ ਲੋਨ ਲੈਣਾ, ਆਪਦਾ ਕੰਮ ਕਰਨਾ। ਉਹੀ ਲੋਨ ਜੋ ਸਟੇਟ ਬੈਂਕ ਆਫ ਪਟਿਆਲਾ ਨੇ ਰਿਫਿਊਜ਼ ਕੀਤਾ ਮਚੰਦਾ ਜੀ ਨੇ, ਉਹੀ ਦਾ ਸੇਮ ਲੋਨ ਜਿਹੜਾ ਸੀਗਾ ਉਹ ਸਟੇਟ ਬੈਂਕ ਆਫ ਇੰਡੀਆ ਨੇ 1 ਮਹੀਨੇ ਬਾਅਦ ਪਾਸ ਕਰਤਾ। ਇਹਨਾਂ ਜੋ ਵੀ ਪਹਿਲਾਂ ਲਾਏ ਵੀ ਤੁਸੀਂ ਜੋ ਤੁਹਾਨੂੰ ਪਹਿਲਾਂ ਹੀ ਪਤਾ ਸੀ ਲੋਨ ਨਹੀਂ ਹੋ ਸਕਦਾ, ਫਿਰ ਤੁਸੀਂ 4 ਮਹੀਨੇ ਕਦੇ ਆਹ ਲੈਟਰ ਲਿਆਓ ਜੀ, ਕਦੇ ਆਹ ਲੈਟਰ ਲਿਆਓ, ਕਿਉਂ ਲਾਇਆ ਗਿਆ? ਜੋ ਇਹਨਾਂ ਦੀ ਕੰਪਲੀਟ ਹੋਈ ਉਸ ਰੰਜਿਸ਼ ਨੂੰ ਕੱਢਣ ਲਈ ਹੀ ਸੁਨੀਲ ਮਚੰਦਾ ਜੀ ਨੇ ਮੇਰੇ ਵਿਰੁੱਧ ਗਲਤ ਇਲਜ਼ਾਮ ਲਾਏ ਤੇ ਮੇਰਾ ਸਾਰਾ ਜੋ ਇਹਨਾਂ ਨੇ ਫਾਈਨੈਂਸ਼ੀਅਲ ਲੋਸ ਤੇ ਮੇਰਾ ਮੈਂਟਲੀ ਜਿਹੜਾ ਮੈਨੂੰ ਲੋਸ ਕੀਤਾ ਇਹਨਾਂ ਨੇ। ਮੈਂ ਹਜੇ ਵੀ ਰਾਤ ਨੂੰ ਜਦੋਂ ਮੈਂ ਕਦੇ ਜਾਗ ਖੋਲ ਜਾਂਦੀ ਹੈ ਚੀਜ਼ ਯਾਦ ਹੁੰਦੀ ਹੈ ਤੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਕੀ ਹੁਣ ਮੰਗ ਕਰਦੇ ਹੋ ਤੁਸੀਂ? ਮੰਗ ਇਹ ਕਰਦਾ ਵੀ ਮੇਰੀ ਇਨਕੁਆਰੀ ਦੁਆਰਾ ਕਰਾਈ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਜੋ ਮੇਰੀ ਮਿਸਿਸ ਨੇ ਕੰਪਲੇਂਟ ਕੀਤੀ ਉਸ ਕੰਪਲੇਂਟ ਨੂੰ ਵੀ ਦੁਆਰਾ ਕੀਤਾ ਜਾਵੇ ਵੀ ਉਹ ਕਿਵੇਂ ਬੰਦ ਹੋਏਗੀ ਤੁਹਾਡੀ ਕੰਪਲੇਂਟ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ। ਸਾਡੀਆਂ ਖਬਰਾਂ, ਸਾਡੀਆਂ ਕੋਸ਼ਿਸ਼ਾਂ, ਸਾਡਾ ਤਰੱਦਦ ਅਗਰ ਤੁਹਾਨੂੰ ਚੰਗਾ ਲੱਗਦਾ ਤਾਂ ਇਸ ਨੂੰ ਆਪਣੇ ਦੋਸਤਾਂ ਦੇ ਨਾਲ, ਆਪਣੇ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਅਰੀ। ਅੱਜ ਮੈਂ ਪਹੁੰਚਿਆ ਹੋਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਕੈਂਪਸ ਆ ਇਹ, ਤੇ ਕੈਂਪਸ ਦੇ ਵਿੱਚ SBI ਦੀ ਬ੍ਰਾਂਚ ਆ, ਸਟੇਟ ਬੈਂਕ ਆਫ ਇੰਡੀਆ ਫਰੀਦਕੋਟ। ਇਹ ਪਹਿਲਾਂ ਸਟੇਟ ਬੈਂਕ ਆਫ ਪਟਿਆਲਾ ਹੁੰਦੀ ਸੀ। ਅਕਸਰ ਅਸੀਂ ਬੈਂਕਾਂ ਦੇ ਵਿੱਚ ਕੰਮ ਹੁੰਦਾ ਦੇਖਦੇ ਹਾਂ, AC ਲੱਗੇ ਹੁੰਦੇ ਆ, ਬੜੇ ਸ਼ਾਂਤ ਤਰੀਕੇ ਦੇ ਨਾਲ ਕੈਬਨਾਂ ਦੇ ਵਿੱਚ ਕੰਮ ਚੱਲਦਾ ਰਹਿੰਦਾ, ਪਰ ਅਸਲ ਦੇ ਵਿੱਚ ਇਹਨਾਂ ਬੈਂਕਾਂ ਦੇ ਵਿੱਚ ਵੀ ਉਹੀ ਕੁਛ ਹੁੰਦਾ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂ ਨਿੱਜੀ ਦਫ਼ਤਰਾਂ ਦੇ ਵਿੱਚ ਰੰਜਿਸ਼ਬਾਜ਼ੀਆਂ, ਇਹ ਇਸ ਤਰ੍ਹਾਂ ਦੇ ਤਹਿਤ ਛੋਟੇ ਮੁਲਾਜ਼ਮਾਂ ਨੂੰ ਦਬਾਉਣਾ, ਛੋਟੇ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨਾ, ਇਹਨਾਂ ਬੈਂਕਾਂ ਦੇ ਵਿੱਚ ਵੀ ਇਹੀ ਹੁੰਦਾ। ਤੇ ਅੱਜ ਇਸ ਜਿਹੜੀ ਰੰਜਿਸ਼ਬਾਜ਼ੀ ਆ ਇਹਦਾ ਸ਼ਿਕਾਰ ਹੋਇਆ ਫਰੀਦਕੋਟ ਦਾ ਪਵਨ ਕੁਮਾਰ, ਜਿਹੜਾ ਪਹਿਲਾਂ ਸਟੇਟ ਬੈਂਕ ਆਫ ਪਟਿਆਲਾ 'ਚ ਸੀ ਤੇ ਅੱਜ ਕੱਲ੍ਹ ਇਸ ਬੈਂਕ ਦੇ ਵਿੱਚੋਂ ਸੇਵਾ ਮੁਕਤ ਹੋਇਆ ਸਟੇਟ ਬੈਂਕ ਆਫ ਇੰਡੀਆ 'ਚੋਂ। ਇਸੇ ਤਰ੍ਹਾਂ ਦੀ ਰੰਜਿਸ਼ਬਾਜ਼ੀ ਦਾ ਸ਼ਿਕਾਰ ਹੋਇਆ ਫਰੀਦਕੋਟ ਦਾ ਇਹ ਪਵਨ ਕੁਮਾਰ, ਜਿਹੜਾ ਬੈਂਕ ਦੇ ਵਿੱਚ ਕਰਮਚਾਰੀ ਸੀ ਤੇ ਇਸ ਵੇਲੇ ਸਰਵਿਸ ਦਾ ਆਪਣਾ ਕਾਫੀ ਨੁਕਸਾਨ ਕਰਾ ਚੁੱਕਿਆ। ਕੀ ਆ ਸਾਰਾ ਮਾਮਲਾ ਇਹ ਸਾਨੂੰ ਦੱਸਣਗੇ ਪਵਨ ਕੁਮਾਰ ਜੀ, ਉਹਨਾਂ ਤੋਂ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੀ ਇਹ ਧੱਕੇਸ਼ਾਹੀ ਹੋਈ ਆ ਤੇ ਕੀ ਆ ਅਸਲ ਮਸਲਾ। ਬੈਂਕ ਦੇ ਵਿੱਚੋਂ ਬਾਹਰ ਆਏ ਨੇ ਤੇ ਆ ਕੇ ਸਾਡੇ ਨਾਲ ਗੱਲ ਕਰਦੇ ਆ ਤੇ ਪਿਛਲੇ 4 ਸਾਲਾਂ ਤੋਂ ਇਸੇ ਤਰ੍ਹਾਂ ਬੈਂਕ ਆਉਣਾ, ਆਪਣੇ ਕਾਰੋਬਾਰ ਲਈ, ਆਪਣੀ ਸਰਵਿਸ ਦੇ ਰਿਕਾਰਡ ਲਈ ਆਉਣਾ, ਇਹਨਾਂ ਦਾ ਰੋਜ਼ਮर्रा ਦਾ
ਬਣ ਚੁੱਕਿਆ, ਖੱਜਲ ਖੁਆਰੀ, ਰੋਜ਼ ਦੀ ਪਰੇਸ਼ਾਨੀ, ਤੇ ਕੀ ਅਸਲ ਮਾਮਲਾ ਆਪਾਂ ਇਹਨਾਂ ਤੋਂ ਸੁਣਦੇ ਹਾਂ ਕਿ ਕਿਉਂ ਪਰੇਸ਼ਾਨ ਹੋ ਰਿਹਾ ਪੈ ਰਿਹਾ ਇਹਨਾਂ ਨੂੰ ਇੰਨੇ ਸਾਲਾਂ ਤੋਂ ਬੈਂਕ ਦੇ ਵਿੱਚ। ਨਾ ਹੈ ਤੁਹਾਡਾ ਸਰ ਮੇਰਾ ਨਾਮ ਹੈ ਜੀ ਪਵਨ ਕੁਮਾਰ ਵਰਮਾ। ਪਵਨ ਜੀ, ਕੀ ਹੈ ਮਸਲਾ? ਮਸਲਾ ਇਹ ਹੈ ਵੀ ਮੈਂ ਘੱਟੋ ਘੱਟ ਇੱਕ ਬੈਂਕ 35 ਸਾਲ ਇਸ ਬੈਂਕ ਦੀ ਸਰਵਿਸ ਕੀਤੀ ਤੇ 1919 ਦੇ ਵਿੱਚ ਮੈਂ ਫਰਵਰੀ ਵਿੱਚ ਰਿਟਾਇਰ ਹੋਇਆ। ਅੱਜ ਤੱਕ ਮੇਰੀ 35 ਸਾਲ ਦੇ ਵਿੱਚ ਕੋਈ ਵੀ ਮੇਰੇ ਅਜੇ ਕੋਈ ਕੰਪਲੇਂਟ ਨਹੀਂ ਹੋਈ, ਕਿਉਂਕਿ ਮੈਂ ਇਹ ਬਹੁਤ ਵਧੀਆ ਸਰਵਿਸ ਦਿੰਦੇ ਸੀ ਤੇ ਸਾਰਾ ਕੁਝ ਸੀ। ਲੇਕਿਨ ਜਾਣ ਤੋਂ ਸਾਲ ਕੁ ਪਹਿਲਾਂ, 1.5 ਸਾਲ ਪਹਿਲਾਂ, ਇੱਕ ਬੰਦਾ ਇੱਥੇ ਜਸਵਿੰਦਰ ਸਿੰਘ ਕੋਹਲੀ ਸੀ ਜਿਸ ਨੇ ਮੇਰੀ ਕੰਪਲੇਂਟ ਕੀਤੀ ਰੰਜਿਸ਼ ਵਜੋਂ, ਕਿਉਂਕਿ ਉਹਦੇ ਭਰਾ ਦਾ ਆਪਸ 'ਚ ਕੋਈ ਰੌਲਾ ਸੀ ਘਰਾਂ ਦਾ। ਲੇਕਿਨ ਉਸਨੇ ਰੰਜਿਸ਼ ਵਜੋਂ ਕੰਪਲੇਂਟ ਕੀਤੀ। ਉਸਨੇ ਸਾਡੇ ਕੋਲ ਆ ਕੇ, ਕਿਉਂਕਿ ਜਾਣਦਾ ਸੀ ਸਾਡਾ ਗੁਆਂਢੀ ਸੀ, ਉਹਨੇ ਇੱਥੇ ਆ ਕੇ ਅਕਾਊਂਟ ਖੁਲਾਇਆ। ਅਕਾਊਂਟ ਖੁਲਾਉਣ ਤੋਂ ਬਾਅਦ ਉਹਨੇ 1.5 ਮਹੀਨੇ 2 ਮਹੀਨੇ ਬਾਅਦ ਜੈਨ ਸਕੂਲ 'ਚੋਂ ਲੋਨ ਲਿਆ ਉਹਨੇ, ਤੇ ਲੋਨ ਲੈਣ ਤੋਂ ਬਾਅਦ ਉਹਨੇ ਇੱਥੋਂ ਆ ਕੇ, ਕਿਉਂਕਿ ਅਕਾਊਂਟ ਇੱਥੇ ਸੀ, ਪੇਮੈਂਟ ਇੱਥੇ ਲੈਣੀ ਸੀ, ਇੱਥੋਂ ਪੇਮੈਂਟ ਲੈ ਕੇ ਉਹਨੇ ਵਿਡਰਾਲ ਕੀਤਾ, ਵਿਡਰਾਲ ਤੇ ਸਾਈਨ ਕੀਤੇ, ਕਿਉਂਕਿ ਅਕਾਊਂਟ ਰਿਸਟ੍ਰਿਕਟਡ ਸੀ। 6 ਮਹੀਨੇ ਤੱਕ ਜਿਹੜੀ ਕੋਈ ਵੀ ਪੇਮੈਂਟ ਹੁੰਦੀ ਹੈ ਉਹ ਮੈਨੇਜਰ ਪਾਸ ਕਰਦਾ ਹੈ। ਅਸੀਂ ਕਿਉਂ ਬਣਾਉਂਦੇ ਹਾਂ, ਮੈਨੇਜਰ ਪਾਸ ਕਰਦਾ ਤੋਂ ਆ ਕੇ ਕਾਊਂਟਰ ਤੋਂ ਪੇਮੈਂਟ ਲੈ ਲੈਂਦਾ, ਕਿਉਂਕਿ ਕਾਊਂਟਰ ਤੇ ਮੈਂ ਹੀ ਸੀਗਾ। ਮੈਂ ਕਿਉਂ ਬਣਾਈ, ਮੈਨੇਜਰ ਨੇ ਪਾਸ ਕੀਤੀ ਤੇ ਆ ਕੇ ਉਸਨੇ ਕਾਊਂਟਰ ਤੋਂ ਪੇਮੈਂਟ ਲੈ ਲਈ। ਤੇ 15 ਦਿਨ ਮਹੀਨੇ ਬਾਅਦ ਕਹਿੰਦਾ ਜੀ ਮੈਂ ਤਾਂ ਪੇਮੈਂਟ ਲਈ ਨਹੀਂ। ਜੋ ਪੇਮੈਂਟ ਨਹੀਂ ਲਈ ਉਸ ਵਿਰੁੱਧ ਉਹਨੇ ਇਨਕੁਆਇਰੀ ਕਰਾਈ, ਇਨਕੁਆਇਰੀ ਅਫਸਰ ਲਾਤਾ। ਇਨਕੁਆਇਰੀ ਅਫਸਰ ਵੀ ਉਸ ਬੰਦੇ ਨੂੰ ਲਾਇਆ ਗਿਆ ਜਿਸ ਵਿਰੁੱਧ ਮੇਰੇ ਬੇਟੇ ਨੇ ਤੇ ਮੇਰੀ ਮਿਸਿਜ ਨੇ ਕੰਪਲੇਂਟ ਕੀਤੀਆਂ ਸੀ। ਉਹ ਸੁਨੀਲ ਮਚੰਦਾ ਜੀ ਨੇ ਇਨਕੁਆਇਰੀ ਅਫਸਰ ਲਾਇਆ ਤੇ ਉਸਨੇ ਰੰਜਿਸ਼ ਵਜੋਂ ਮੇਰੇ ਤੇ ਸਾਰੇ ਗਲਤ ਇਲਜ਼ਾਮ ਲਾਏ। ਜਦੋਂ ਕਿ ਜੋ ਪੇਮੈਂਟ ਮੈਨੇਜਰ ਨੇ ਪਾਸ ਕੀਤੀ ਹੈ ਤਾਂ ਮੈਂ ਇਕੱਲਾ ਜ਼ਿੰਮੇਵਾਰ ਕਿਉਂ? ਇੱਕ ਬੈਂਕ ਦਾ ਅਸੂਲ ਹੈ, ਜੇ ਚੈੱਕ ਬੁੱਕ ਵਾਲਾ ਅਕਾਊਂਟ ਮੇਰੇ ਤੇ ਲਾਇਆ ਗਿਆ ਵੀ ਚੈੱਕ ਬੁੱਕ ਵਾਲਾ ਅਕਾਊਂਟ ਸੀ, ਤੁਸੀਂ ਵਿਡਰਾਲ ਦੇ ਪੇਮੈਂਟ ਕਿਸ ਤਰ੍ਹਾਂ ਕੀਤੀ? ਜਦ ਕਿ ਇੱਥੇ ਇੱਕ ਜ਼ਰੂਰੀ ਹੈ ਵੀ ਸਾਡੇ ਕੋਲ ਜਿੰਨੇ ਵੀ ਡਾਕਟਰ ਆਉਂਦੇ ਆ ਜਾਂ ਜੋ ਵੀ ਆਉਂਦੇ ਆ, ਸਾਨੂੰ ਉਹਨਾਂ ਦੀ ਜਿਹੜੀ ਪੇਮੈਂਟ ਹੈ ਉਹ ਕਰਨੀ ਪੈਂਦੀ ਹੈ, ਕਿਉਂਕਿ ਬੈਂਕ ਮੈਨੇਜਮੈਂਟ ਇਹ ਕਹਿੰਦੀ ਹੈ ਵੀ ਤੁਸੀਂ ਕਿਸੇ ਤਰ੍ਹਾਂ ਵੀ ਕਿਸ ਨੂੰ ਜਿਹੜਾ ਟੈਕਟਫੁਲੀ ਹੈਂਡਲ ਕਰਨੇ, ਸਾਡੇ ਕੋਲ ਕੰਪਲੇਂਟ ਨਾ ਹੋਵੇ। ਜਦੋਂ ਜਸਵਿੰਦਰ ਸਿੰਘ ਕੋਹਲੀ ਨੇ ਮੇਰੀ ਕੰਪਲੇਂਟ ਕੀਤੀ, ਅਸੀਂ ਸਾਰੇ ਬੰਦਿਆਂ ਨੂੰ ਕਿਹਾ ਵੀ ਤੂੰ ਗਲਤ ਕੰਪਲੇਂਟ ਕਿਉਂ ਕੀਤੀ ਹੈ, ਤਾਂ ਉਸਨੇ ਆਪਦੀ ਕੰਪਲੇਂਟ ਵਾਪਸ ਲੈ ਲਈ। ਜਦੋਂ ਕੰਪਲੇਂਟ ਵਾਪਸ ਲੈ ਲਈ ਤੇ ਮੇਰੇ ਵਿਰੁੱਧ ਐਕਸ਼ਨ ਕਿਸ ਚੀਜ਼ ਦਾ? ਸਾਈਨ ਉਸ ਦੇ ਵਿਡਰਾਲ ਦੇ ਉੱਪਰ ਹੈ। ਉਸਨੇ ਮੈਨੂੰ CIA ਸਟਾਫ 'ਚ, ਐਂਟੀ ਫਰਾਡ ਸਟਾਫ 'ਚ ਸਾਰੀਆਂ ਕੰਪਲੇਂਟ ਕੀਤੀਆਂ ਜੋ ਝੂਠੀਆਂ ਨਿਕਲੀਆਂ। ਫਿਰ ਉਸਨੇ ਇੱਕ ਮੇਰੇ ਤੇ ਹੋਰ ਇਲਜ਼ਾਮ ਲਾਇਆ ਵੀ ਜੈਨ ਸਕੂਲ ਦੇ ਮੈਨੇਜਰ ਨੇ ਸਾਡੇ ਤੋਂ ਮਤਲਬ ਕਿ ਜੋ ਉੱਥੇ ਬ੍ਰਾਂਚ ਸਾਡੀ ਹੈ ਉੱਥੋਂ ਉਹਨੇ ਚੈੱਕ ਲੈ ਕੇ ਤੇ ਮੇਰਾ ਯੂਜ਼ ਕੀਤਾ, ਜਦ ਕਿ ਉਸ ਦੇ ਜੋ ਸਾਡੇ ਮਿਸਟਰ ਸੁਧਾਂਸ਼ੂ ਸੀ ਜੈਤੋ ਦੇ ਚੀਫ ਮੈਨੇਜਰ, ਉਹਨਾਂ ਨੇ ਪੂਰੀ ਇਨਕੁਆਇਰੀ ਕੀਤੀ ਜੋ ਝੂਠੀ ਨਿਕਲੀ। ਜਦੋਂ ਸੁਨੀਲ ਮਚੰਦਾ ਜੀ ਨੇ ਜੋ ਵੀ ਇਨਕੁਆਇਰੀ ਮੇਰੇ ਵਿਰੁੱਧ ਰੰਜਿਸ਼ ਤੌਰ ਤੇ ਕੀਤੀ ਹੈ, ਕਿਉਂਕਿ ਮੇਰੀ ਮਿਸਿਜ ਨੇ ਉਹਦੇ ਉੱਤੇ ਮੇਰੇ ਬੇਟੇ ਨੇ ਕੰਪਲੇਂਟ ਕੀਤੀ ਸੀ ਕਿ ਜੋ ਮੇਰੀ ਮਿਸਿਜ ਨੇ ਕੰਪਲੇਂਟ ਕੀਤੀਆਂ ਸੀਗੀਆਂ ਉਸ ਨੂੰ ਬਿਨਾਂ ਇਨਕੁਆਇਰੀ ਕੀਤੇ ਜਦੋਂ ਅਸੀਂ ਕਰਦੇ ਸੀਗੇ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਸੀਗਾ, ਕਿਉਂਕਿ ਉਹ ਰੀਜਨਲ ਆਫਿਸ ਦੇ ਵਿੱਚ ਇੱਕ ਚੰਗੇ ਅਫਸਰ ਰਹੇ ਆ ਤੇ ਅਫਸਰੀ ਦਾ ਆਪਦਾ ਉਹ ਦਬਦਬਾ ਬਣਾ ਕੇ ਉਸ ਨੂੰ ਉਹ ਯੂਜ਼ ਕਰਦੇ ਸੀਗੇ। ਮੇਰੇ ਵਿਰੁੱਧ ਜੋ ਉਹਨਾਂ ਨੇ 4 ਇਲਜ਼ਾਮ ਲਾਏ, 4 ਇਲਜ਼ਾਮ ਚੋਂ 2 ਤਾਂ ਪਹਿਲਾਂ ਹੀ ਝੂਠੇ ਨਿਕਲ ਗਏ। ਜੋ ਸਾਡੇ ਦੂਜੇ ਅਫਸਰਾਂ ਨੇ ਇਨਕੁਆਇਰੀ ਕੀਤੀ ਵੀ ਇਹ ਇਲਜ਼ਾਮ ਝੂਠੇ ਆ, ਇਹ ਇਲਜ਼ਾਮ ਨਹੀਂ ਮੰਨਦੇ। ਜਿਹੜੇ 2 ਇਲਜ਼ਾਮ ਦੇ ਵਿੱਚੋਂ ਵੀ ਜੋ ਵਿਡਰਾਲ ਦੀ ਪੇਮੈਂਟ ਅਸੀਂ ਕੀਤੀ ਜਦ ਚੈੱਕ ਬੁੱਕ ਵਾਲਾ ਅਕਾਊਂਟ, ਉਸ ਡੇਟ ਦੇ ਵਿੱਚ ਉਸ ਦੇ ਕੋਲੇ ਬੰਦੇ ਕੋਲੇ ਚੈੱਕ ਬੁੱਕ ਵੀ ਨਹੀਂ ਸੀ, ਕਿਉਂਕਿ ਜੋ ਉਸ ਨੂੰ ਚੈੱਕ ਬੁੱਕ ਮਿਲੀ ਸੀ ਉਸਨੇ ਜੋ ਜੈਨ ਸਕੂਲ ਬ੍ਰਾਂਚ ਜਿਹੜੀ ਹੈਗੀ ਆ ਉਸ ਤੋਂ ਲੋਨ ਲਿਆ ਸੀ, ਸਾਰੇ ਦੇ ਸਾਰੇ ਚੈੱਕ ਬੁੱਕ ਉਸਨੇ ਉੱਥੇ ਉਸ ਨੂੰ ਯੂਜ਼ ਕਰ ਲਏ ਸੀਗੇ। ਹੁਣ ਜਦੋਂ ਇੱਕ ਬੰਦੇ ਕੋਲ ਚੈੱਕ ਬੁੱਕ ਨਹੀਂ, ਉਹ ਪਾਸਬੁੱਕ ਲਿਆ ਕੇ ਬੈਂਕ ਦੇ ਵਿੱਚੋਂ ਪੇਮੈਂਟ ਲੈ ਸਕਦਾ ਹੈ। ਉਹ ਵੀ ਬੈਂਕ ਵਿੱਚ ਆਇਆ, ਪਾਸਬੁੱਕ ਉਹਦੇ ਕੋਲੇ ਸੀ, ਪੇਮੈਂਟ ਉਹਨੇ ਲਈ, ਕਾਪ ਦੀ ਕਾਪੀ ਦੇ ਵਿੱਚ ਐਂਟਰੀ ਕਰਾਈ, ਪੇਮੈਂਟ ਜਿਹੜੀ ਸੀ ਮੈਨੇਜਰ ਨੇ ਪਾਸ ਕੀਤੀ। ਲੇਕਿਨ ਇਲਜ਼ਾਮ ਮੇਰੇ ਇਕੱਲੇ ਦੇ ਇਸ ਕਰਕੇ ਲਾਇਆ ਗਿਆ ਕਿਉਂਕਿ ਮੇਰੀ ਮਿਸਿਜ ਨੇ ਉਸ ਅਫਸਰ ਵਿਰੁੱਧ ਕੰਪਲੇਂਟ ਕੀਤੀ ਸੀ ਜਿਸ ਨੇ ਇਨਕੁਆਇਰੀ ਕੀਤੀ। ਇਸ ਕਰਕੇ ਮੈਨੂੰ ਜੋ ਸੀ ਮੇਰੇ ਨੂੰ ਸਜ਼ਾ ਦਿੱਤੀ ਗਈ, ਮੇਰੇ ਇੱਕ ਇਨਕਰੀਮੈਂਟ ਡਾਊਨ ਕਰਤਾ ਤੇ ਜੋ ਮੇਰੀ ਪ੍ਰਮੋਸ਼ਨ ਹੋਣੀ ਸੀ ਉਸ ਨੂੰ ਵੀ ਰੋਕ ਕੇ ਮੇਰਾ ਘੱਟੋ ਘੱਟ ਇਹਨਾਂ ਨੇ ਬਹੁਤ ਵੱਡਾ ਲੋਸ ਕੀਤਾ ਤੇ ਮੈਂ ਮੈਂਟਲੀ ਜਿਹੜਾ ਸੀਗਾ ਬਹੁਤ ਡਿਸਟਰਬ ਹੋਇਆ। ਮੈਨੂੰ ਬੜੀ ਡਿਸਟਰਬੈਂਸ ਹੁੰਦੀ ਹੈ ਵੀ 35 ਸਾਲ ਦੀ ਇੱਕ ਵਧੀਆ ਸਰਵਿਸ ਕਰਨ ਤੋਂ ਬਾਅਦ ਇੱਕ ਉਸ ਬੰਦੇ ਨੇ ਮੇਰੇ ਉੱਤੇ ਗਲਤ ਇਲਜ਼ਾਮ ਲਾ ਕੇ ਮੈਨੂੰ ਮੈਂਟਲੀ ਡਿਸਟਰਬ ਕੀਤਾ ਤੇ ਮੇਰਾ ਫਾਈਨੈਂਸ਼ੀਅਲ ਲੋਸ ਵੀ ਕੀਤਾ ਤੇ ਮੇਰੇ ਇੱਕ ਜਿਹੜੀ 35 ਸਾਲ ਦੀ ਸਰਵਿਸ ਦੇ ਉੱਪਰ ਇੱਕ ਦਾਗ ਵੀ ਲਾਇਆ। ਇਸ ਕਰਕੇ ਮੈਂ ਇਹ ਰਿਕਵੈਸਟ ਕਰਦਾ ਹਾਂ ਵੀ ਤੁਸੀਂ ਸਾਰਿਆਂ ਤੋਂ ਇੱਥੋਂ ਪੁੱਛ ਸਕਦੇ ਹੋ ਵੀ ਪੇਮੈਂਟ ਬੈਂਕ 'ਚ ਕਿਸ ਤਰ੍ਹਾਂ ਹੁੰਦੀ ਹੈ। ਇੱਥੇ ਡਾਕਟਰ ਹੁੰਦੇ ਸੀ, ਡਾਕਟਰ ਕਹਿੰਦੇ ਵੀ ਤੁਸੀਂ ਪੇਮੈਂਟ ਕਰਨੀ ਕਿ ਨਹੀਂ ਕਰਨੀ। ਤੁਸੀਂ ਜਿਹੜਾ ਇਹ ਤੁਹਾਡੇ ਖਿਲਾਫ ਉਹਨਾਂ ਨੇ ਫੈਸਲਾ ਕਰਤਾ, ਉਸ ਫੈਸਲੇ ਦੇ ਖਿਲਾਫ ਕੀ ਕਾਰਵਾਈ ਕੀਤੀ? ਫੈਸਲੇ ਖਿਲਾਫ ਮੈਂ ਡੀਜੀਐਮ ਸਾਹਿਬ ਕੋਲ ਵੀ ਗਿਆ ਸੀਗਾ। ਡੀਜੀਐਮ ਸਾਹਿਬ ਕਹਿੰਦੇ ਮੈਂ ਕਿ ਦੱਸੋ ਜੀ ਤੁਸੀਂ ਇਹ ਪੇਮੈਂਟ ਕਿਸ ਤਰ੍ਹਾਂ ਗਲਤ ਆ, ਮੈਂ ਦੱਸੋ। ਉਹਨਾਂ ਨੇ ਮੇਰੇ ਵਿਰੁੱਧ ਜੋ ਪਹਿਲਾਂ ਇਲਜ਼ਾਮ ਲਾਇਆ ਸੀ, ਮੇਰੀ ਇੱਕ ਇਨਕਰੀਮੈਂਟ ਡਾਊਨ ਕੀਤਾ ਸੀ, ਉਸ ਨੂੰ ਖਤਮ ਕਰਕੇ ਮੇਰੇ ਦੇ ਉੱਪਰ ਕਹਿੰਦੇ ਵੀ ਤੁਸੀਂ 500 ਰੁਪਈਆ ਲਮਸਮ ਜੁਰਮਾਨਾ ਭਰ ਦਿਓ, ਅਸੀਂ ਤੁਹਾਡਾ ਸਾਰਾ ਵਿਡਰਾ ਕਰ ਲੈਂਦੇ ਹਾਂ। ਮੈਂ ਕਿਹਾ ਜੀ ਜੁਰਮਾਨਾ ਤਾਂ ਮੈਂ ਭਰ ਦਿੰਦਾ, ਪਰ ਜੋ ਮੇਰਾ ਪਿਛਲਾ ਮੈਨੂੰ ਬੈਨੀਫਿਟ ਮਿਲਨੇ ਸੀਗੇ ਸਾਲ 1.5 ਸਾਲ ਪਹਿਲਾਂ ਜੋ ਮੇਰੀ ਪ੍ਰਮੋਸ਼ਨ ਹੋਈ ਸੀ ਗੋਲੇ ਵਾਲੇ ਬ੍ਰਾਂਚ 'ਚ, ਉਹ ਮੇਰਾ ਲੋਸ ਕੌਣ ਦੇਗਾ?
ਮੈਨੂੰ ਉਹ ਲੋਸ ਦਿੱਤਾ ਜਾਵੇ ਤੇ ਉਹ ਮੈਨੂੰ ਜੋ ਸਾਰਾ ਮੈਨੂੰ ਬੈਨੀਫਿਟ ਮਿਲਦੇ ਜਾਣ, ਮੈਨੂੰ ਦਿੱਤੇ ਜਾਣ, ਤਾਂ ਮੈਂ ਆਪਦੀ ਉਹ 500 ਰੁਪਏ ਜੁਰਮਾਨਾ ਭਰਾਂਗਾ। ਇਸ ਕਰਕੇ ਮੈਂ ਜੁਰਮਾਨਾ ਨਹੀਂ ਭਰਿਆ ਤੇ ਮੈਂ ਕਈ ਵਾਰ ਇਹਨਾਂ ਨੂੰ ਲੈਟਰ ਵੀ ਲਿਖਦਾ ਰਿਹਾ, ਲੇਕਿਨ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਹੁਣ ਕਿੰਨੇ ਸਾਲਾਂ ਤੋਂ ਤੁਸੀਂ ਇਸ ਮਾਮਲੇ ਨੂੰ ਲੈ ਕੇ ਪਰੇਸ਼ਾਨ ਹੋ? ਮੈਂ ਤਾਂ ਸਰ ਜਦੋਂ ਦੀ ਮੇਰੇ ਵਿਰੁੱਧ ਕੰਪਲੇਂਟ ਹੋਈ, ਮੈਂ ਉਦੋਂ ਤੋਂ ਇਹਨਾਂ ਨੂੰ ਵਾਰੀ-ਵਾਰੀ ਲੈਟਰ ਲਿਖੇ ਜਾ ਰਿਹਾ ਵੀ ਮੈਂ ਇਹਦੇ ਵਿੱਚ ਮੇਰਾ ਕੋਈ ਫਾਲਟ ਨਹੀਂ। ਮੈਨੇਜਰ ਜੋ ਪਾਸ ਕੀਤੀ ਹੈ ਤੇ ਮੈਨੇਜਰ ਦਾ ਵਿੱਚ ਨਾਂ ਕਿਉਂ ਨਹੀਂ ਲਿਆ ਉਹਨੇ? ਉਸਨੇ ਮੈਨੇਜਰ ਨੂੰ ਵਿੱਚੋਂ ਬਾਹਰ ਕੱਢਤਾ ਸੀ ਕਹਿੰਦੇ ਨੇ, ਕਿਉਂਕਿ ਉਹਦਾ ਦੋਸਤ ਸੀਗਾ। ਮੈਨੂੰ ਇਕੱਲੇ ਨੂੰ ਫਸਾਇਆ ਗਿਆ। ਇੱਕ ਬੈਂਕ ਦਾ ਸਾਡਾ ਅਸੂਲ ਹੈ ਵੀ ਅਸੀਂ ਕੋਈ ਵੀ ਅਕਾਊਂਟ ਇੱਕ ਜਗ੍ਹਾ ਤੋਂ ਜੋ ਦੂਜੀ ਜਗ੍ਹਾ ਟ੍ਰਾਂਸਫਰ ਕਰਨਾ ਹੈ ਤਾਂ ਇੱਕ ਬੰਦਾ ਰਿਕੁਐਸਟ ਦਿੰਦਾ ਵੀ ਮੇਰੀ ਇਸ ਬ੍ਰਾਂਚ ਤੋਂ ਅਕਾਊਂਟ ਟ੍ਰਾਂਸਫਰ ਕਰਕੇ ਮੇਰਾ ਫਲਾਣੀ ਬ੍ਰਾਂਚ ਭੇਜਿਆ ਜਾਵੇ। ਲੇਕਿਨ ਮੇਰੀ ਮਿਸਿਸ ਦਾ ਜਿਹੜਾ ਅਕਾਊਂਟ ਸੀਗਾ, ਲੋਨ ਅਕਾਊਂਟ ਸੀਗਾ, ਬਿਨਾਂ ਉਹਨਾਂ ਦੀ ਰਿਕੁਐਸਟ ਤੋਂ ਇਸ ਬ੍ਰਾਂਚ ਤੋਂ ਦੂਜੀ ਬ੍ਰਾਂਚ ਭੇਜ ਦਿੱਤਾ ਗਿਆ ਤੇ 9 ਮਹੀਨੇ ਖਰਾਬ ਕਰਨ ਤੋਂ ਬਾਅਦ ਇਹ ਲਿਖ ਕੇ ਦਿੱਤਾ ਗਿਆ ਵੀ ਲੋਨ ਨਹੀਂ ਹੋਣਾ। ਉਹੀ ਜੋ 4 ਲੱਖ ਦਾ ਅਸੀਂ ਟੋਪ ਅਪ ਲੋਨ ਲੈਣਾ ਸੀਗਾ ਉਹ ਇਹਨਾਂ ਨੇ ਦਿੱਤਾ। ਫਿਰ ਮੈਂ ਅਕਾਊਂਟ ਬੰਦ ਕਰਾਇਆ ਮਿਸਿਸ ਨੇ ਤੇ LIC ਹਾਊਸਿੰਗ ਫਾਈਨਾਂਸ ਵਾਲਿਆਂ ਨੇ ਉਸੇ ਚੀਜ਼ਾਂ ਦੇ ਉੱਪਰ ਸਾਨੂੰ 10 ਲੱਖ ਦਾ ਲੋਨ ਦੇਤਾ। ਜੋ ਮਿਸਿਸ ਨੇ ਕੰਪਲੀਟ ਵਾਪਸ ਨਹੀਂ ਲਈ ਤਾਂ ਉਸ ਦੀ ਇਨਕੁਆਰੀ ਇਹਨਾਂ ਨੇ ਕਿਵੇਂ ਬੰਦ ਕਰ ਦਿੱਤੀ ਗਈ। ਹੈੱਡ ਆਫਿਸ ਮੈਂ ਬੰਬੇ ਤੇ ਵੀ ਲੈਟਰਾਂ ਲਿਖੀਆਂ, ਚੰਡੀਗੜ੍ਹ ਵੀ ਲੈਟਰਾਂ ਲਿਖੀਆਂ। ਉਹ ਜੋ ਲੈਟਰ ਇਹਨਾਂ ਕੋਲ ਆਉਂਦੀ ਸੀ ਇਨਕੁਆਰੀ ਕਰੋ, ਇਨਕੁਆਰੀ ਕਰਦੇ ਨਹੀਂ ਸੀਗੇ ਤੇ ਉੱਥੇ ਬਠਿੰਡੇ ਹੀ ਉਸ ਲੈਟਰ ਨੂੰ ਬੰਦ ਕਰ ਦਿੰਦੇ ਸੀਗੇ ਬਿਨਾਂ ਮਿਸਿਸ ਤੋਂ ਪੁੱਛੇ। ਇਹਨਾਂ ਦੀ ਵੱਡੀ ਗਲਤੀ ਕੀ ਸੀ ਇਹਨਾਂ ਦੇ ਮਚੰਦਾ ਜੀ ਦੀ ਵੀ ਇਹਨਾਂ ਨੇ ਜਿਹੜਾ ਲੋਨ ਅਕਾਊਂਟ ਹੈ ਇੱਕ ਬ੍ਰਾਂਚ ਤੋਂ ਦੂਜੀ ਬ੍ਰਾਂਚ ਦੇ ਵਿੱਚ ਟ੍ਰਾਂਸਫਰ ਨਹੀਂ ਹੋ ਸਕਦਾ, ਲੇਕਿਨ ਇਹਨਾਂ ਨੇ ਜੋ ਮਿਸਿਸ ਨੇ ਐਪਲੀਕੇਸ਼ਨ ਦਿੱਤੀ ਕਰਤਾ। ਇਹਨਾਂ ਤੋਂ ਗਲਤੀ ਹੋ ਗਈ, ਚਲੋ ਕੋਈ ਗੱਲ ਨਹੀਂ, ਲੇਕਿਨ ਇਧਰੋਂ ਹੁਣ ਆਪਦੀ ਗਲਤੀ ਨੂੰ ਸੁਧਾਰਨ ਲਈ ਇਹਨਾਂ ਨੇ ਕੀ ਕੀਤਾ, ਬਿਨਾਂ ਇਧਰੋਂ ਅਸੀਂ ਲੋਨ ਅਪਲਾਈ ਕੀਤਾ, ਇਧਰ ਅਸੀਂ 6 ਮਹੀਨੇ ਧੱਕੇ ਖਾਂਦੇ ਰਹੇ। ਉਸ ਤੋਂ ਬਾਅਦ ਕੀ ਕੀਤਾ ਵੀ ਇਹਨਾਂ ਨੇ ਜਿਹੜਾ ਅਕਾਊਂਟ ਸੀਗਾ ਉਸ ਬ੍ਰਾਂਚ ਟ੍ਰਾਂਸਫਰ ਕਰਤਾ। ਮਿਸਿਸ ਜੋ ਇੱਥੇ ਨਰੇਸ਼ ਬਾਸਾ ਨੇ ਜਿਸ ਨੂੰ ਪੁੱਛਿਆ ਵੀ ਦੱਸੋ ਵੀ ਮੇਰਾ ਅਕਾਊਂਟ ਕਿਵੇਂ ਟ੍ਰਾਂਸਫਰ ਕਰਤਾ ਤੁਸੀਂ ਵੀ ਮੈਂ, ਉਹ ਕਹਿੰਦੇ ਹੁਣ ਤੁਸੀਂ ਉੱਧਰ ਜਾ ਕੇ ਕਰੋ। ਕਹਿੰਦੀ ਮੈਂ 6 ਮਹੀਨੇ ਇੱਧਰ ਧੱਕੇ ਖਾਂਦੀ ਰਹੀ, ਹੁਣ ਮੈਂ ਉੱਧਰ ਜਾ ਕੇ ਕਰਾਂ। ਆ ਮੇਰੇ ਬੇਟੇ ਦਾ ਲੋਨ ਸੀਗਾ, ਆ ਬੇਟੇ ਦੇ ਲੋਨ ਦੇ ਵਿੱਚੋਂ ਇਹਨੇ ਕੀ ਕੀਤਾ 4 ਮਹੀਨੇ ਮੈਨੂੰ ਭਗਾਇਆ। 4 ਮਹੀਨੇ ਭਗਾਉਣ ਦੇ ਬਾਅਦ ਇਹਨੇ ਲਿਖਦਾ ਵੀ ਕਲੋਜ਼ ਰਿਲੇਟਿਵ ਦਾ ਲੋਨ ਨਹੀਂ ਹੋ ਸਕਦਾ। ਕਲੋਜ਼ ਹੈ ਉਹਨੇ ਬੇਟਾ ਮੇਰਾ 18 ਸਾਲ ਤੋਂ ਵੱਧ ਹੈ, 15 ਲੱਖ ਦਾ ਦੁਕਾਨ 'ਚ ਸਮਾਨ ਪਿਆ ਵੀ ਉਹ ਲੋਨ ਕਲੋਜ਼ ਰਿਲੇਟਿਵ ਨਾਲ ਉਹਦਾ ਕੀ ਸੰਬੰਧ ਹੈ? ਉਹ ਆਪਦਾ ਇੱਕ ਬਾਲਿਗ ਬੰਦਾ ਹੈ, ਉਹ ਆਪਦਾ ਲੋਨ ਲੈਣਾ, ਆਪਦਾ ਕੰਮ ਕਰਨਾ। ਉਹੀ ਲੋਨ ਜੋ ਸਟੇਟ ਬੈਂਕ ਆਫ ਪਟਿਆਲਾ ਨੇ ਰਿਫਿਊਜ਼ ਕੀਤਾ ਮਚੰਦਾ ਜੀ ਨੇ, ਉਹੀ ਦਾ ਸੇਮ ਲੋਨ ਜਿਹੜਾ ਸੀਗਾ ਉਹ ਸਟੇਟ ਬੈਂਕ ਆਫ ਇੰਡੀਆ ਨੇ 1 ਮਹੀਨੇ ਬਾਅਦ ਪਾਸ ਕਰਤਾ। ਇਹਨਾਂ ਜੋ ਵੀ ਪਹਿਲਾਂ ਲਾਏ ਵੀ ਤੁਸੀਂ ਜੋ ਤੁਹਾਨੂੰ ਪਹਿਲਾਂ ਹੀ ਪਤਾ ਸੀ ਲੋਨ ਨਹੀਂ ਹੋ ਸਕਦਾ, ਫਿਰ ਤੁਸੀਂ 4 ਮਹੀਨੇ ਕਦੇ ਆਹ ਲੈਟਰ ਲਿਆਓ ਜੀ, ਕਦੇ ਆਹ ਲੈਟਰ ਲਿਆਓ, ਕਿਉਂ ਲਾਇਆ ਗਿਆ? ਜੋ ਇਹਨਾਂ ਦੀ ਕੰਪਲੀਟ ਹੋਈ ਉਸ ਰੰਜਿਸ਼ ਨੂੰ ਕੱਢਣ ਲਈ ਹੀ ਸੁਨੀਲ ਮਚੰਦਾ ਜੀ ਨੇ ਮੇਰੇ ਵਿਰੁੱਧ ਗਲਤ ਇਲਜ਼ਾਮ ਲਾਏ ਕਿ ਮੇਰਾ ਸਾਰਾ ਜੋ ਇਹਨਾਂ ਨੇ ਫਾਈਨੈਂਸ਼ੀਅਲ ਲੋਸ ਤੇ ਮੇਰਾ ਮੈਂਟਲੀ ਜਿਹੜਾ ਮੈਨੂੰ ਲੋਸ ਕੀਤਾ ਇਹਨਾਂ ਨੇ। ਮੈਂ ਹਜੇ ਵੀ ਰਾਤ ਨੂੰ ਜਦੋਂ ਮੈਂ ਕਦੇ ਜਾਗ ਖੋਲ ਜਾਂਦੀ ਇਹ ਚੀਜ਼ ਯਾਦ ਹੁੰਦੀ ਹੈ ਤੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਕੀ ਹੁਣ ਮੰਗ ਕਰਦੇ ਹੋ ਤੁਸੀਂ? ਮੰਗ ਇਹ ਕਰਦਾ ਵੀ ਮੇਰੀ ਇਨਕੁਆਰੀ ਦੁਆਰਾ ਕਰਾਈ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਜੋ ਮੇਰੀ ਮਿਸਿਸ ਨੇ ਕੰਪਲੇਂਟ ਕੀਤੀ ਉਸ ਕੰਪਲੇਂਟ ਨੂੰ ਵੀ ਦੁਆਰਾ ਕੀਤਾ ਜਾਵੇ ਵੀ ਉਹ ਕਿਵੇਂ ਬੰਦ ਹੋਏਗੀ ਤੁਹਾਡੀ ਕੰਪਲੇਂਟ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ। ਸਾਡੀਆਂ ਖਬਰਾਂ, ਸਾਡੀਆਂ ਕੋਸ਼ਿਸ਼ਾਂ, ਸਾਡਾ ਤਰੱਦਦ ਅਗਰ ਤੁਹਾਨੂੰ ਚੰਗਾ ਲੱਗਦਾ ਤਾਂ ਇਸ ਨੂੰ ਆਪਣੇ ਦੋਸਤਾਂ ਦੇ ਨਾਲ, ਆਪਣੇ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਅਰੀ। ਅੱਜ ਮੈਂ ਪਹੁੰਚਿਆ ਹੋਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਕੈਂਪਸ ਆ ਇਹ, ਤੇ ਕੈਂਪਸ ਦੇ ਵਿੱਚ SBI ਦੀ ਬ੍ਰਾਂਚ ਆ, ਸਟੇਟ ਬੈਂਕ ਆਫ ਇੰਡੀਆ ਫਰੀਦਕੋਟ। ਇਹ ਪਹਿਲਾਂ ਸਟੇਟ ਬੈਂਕ ਆਫ ਪਟਿਆਲਾ ਹੁੰਦੀ ਸੀ। ਅਕਸਰ ਅਸੀਂ ਬੈਂਕਾਂ ਦੇ ਵਿੱਚ ਕੰਮ ਹੁੰਦਾ ਦੇਖਦੇ ਹਾਂ, AC ਲੱਗੇ ਹੁੰਦੇ ਆ, ਬੜੇ ਸ਼ਾਂਤ ਤਰੀਕੇ ਦੇ ਨਾਲ ਕੈਬਨਾਂ ਦੇ ਵਿੱਚ ਕੰਮ ਚੱਲਦਾ ਰਹਿੰਦਾ, ਪਰ ਅਸਲ ਦੇ ਵਿੱਚ ਇਹਨਾਂ ਬੈਂਕਾਂ ਦੇ ਵਿੱਚ ਵੀ ਉਹੀ ਕੁਛ ਹੁੰਦਾ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂ ਨਿੱਜੀ ਦਫ਼ਤਰਾਂ ਦੇ ਵਿੱਚ ਰੰਜਿਸ਼ਬਾਜ਼ੀਆਂ, ਇਹ ਇਸ ਤਰ੍ਹਾਂ ਦੇ ਤਹਿਤ ਛੋਟੇ ਮੁਲਾਜ਼ਮਾਂ ਨੂੰ ਦਬਾਉਣਾ, ਛੋਟੇ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨਾ, ਇਹਨਾਂ ਬੈਂਕਾਂ ਦੇ ਵਿੱਚ ਵੀ ਇਹੀ ਹੁੰਦਾ। ਤੇ ਅੱਜ ਇਸ ਜਿਹੜੀ ਰੰਜਿਸ਼ਬਾਜ਼ੀ ਆ ਇਹਦਾ ਸ਼ਿਕਾਰ ਹੋਇਆ ਫਰੀਦਕੋਟ ਦਾ ਪਵਨ ਕੁਮਾਰ, ਜਿਹੜਾ ਪਹਿਲਾਂ ਸਟੇਟ ਬੈਂਕ ਆਫ ਪਟਿਆਲਾ 'ਚ ਸੀ ਤੇ ਅੱਜ ਕੱਲ੍ਹ ਇਸ ਬੈਂਕ ਦੇ ਵਿੱਚੋਂ ਸੇਵਾ ਮੁਕਤ ਹੋਇਆ ਸਟੇਟ ਬੈਂਕ ਆਫ ਇੰਡੀਆ 'ਚੋਂ। ਇਸੇ ਤਰ੍ਹਾਂ ਦੀ ਰੰਜਿਸ਼ਬਾਜ਼ੀ ਦਾ ਸ਼ਿਕਾਰ ਹੋਇਆ ਫਰੀਦਕੋਟ ਦਾ ਇਹ ਪਵਨ ਕੁਮਾਰ, ਜਿਹੜਾ ਬੈਂਕ ਦੇ ਵਿੱਚ ਕਰਮਚਾਰੀ ਸੀ ਤੇ ਇਸ ਵੇਲੇ ਸਰਵਿਸ ਦਾ ਆਪਣਾ ਕਾਫੀ ਨੁਕਸਾਨ ਕਰਾ ਚੁੱਕਿਆ। ਕੀ ਆ ਸਾਰਾ ਮਾਮਲਾ, ਇਹ ਸਾਨੂੰ ਦੱਸਣਗੇ ਪਵਨ ਕੁਮਾਰ ਜੀ। ਉਹਨਾਂ ਤੋਂ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੀ ਇਹ ਧੱਕੇਸ਼ਾਹੀ ਹੋਈ ਆ ਤੇ ਕੀ ਆ ਅਸਲ ਮਸਲਾ। ਬੈਂਕ ਦੇ ਵਿੱਚੋਂ ਬਾਹਰ ਆਏ ਨੇ ਤੇ ਆ ਕੇ ਸਾਡੇ ਨਾਲ ਗੱਲ ਕਰਦੇ ਆ। ਤੇ ਪਿਛਲੇ 4 ਸਾਲਾਂ ਤੋਂ ਇਸੇ ਤਰ੍ਹਾਂ ਬੈਂਕ ਆਉਣਾ, ਆਪਣੇ ਕਾਰੋਬਾਰ ਲਈ, ਆਪਣੀ ਸਰਵਿਸ ਦੇ ਰਿਕਾਰਡ ਲਈ ਆਉਣਾ ਇਹਨਾਂ ਦਾ ਰੋਜ਼ਮर्रा ਦਾ ਬਣ ਚੁੱਕਿਆ, ਖੱਜਲ ਖੁਆਰੀ, ਰੋਜ਼ ਦੀ ਪਰੇਸ਼ਾਨੀ। ਤੇ ਕੀ ਅਸਲ ਮਾਮਲਾ ਆਪਾਂ ਇਹਨਾਂ ਤੋਂ ਸੁਣਦੇ ਹਾਂ ਕਿ ਕਿਉਂ ਪਰੇਸ਼ਾਨ ਹੋ ਰਿਹਾ ਪੈ ਰਿਹਾ ਇਹਨਾਂ ਨੂੰ ਇੰਨੇ ਸਾਲਾਂ ਤੋਂ ਬੈਂਕ ਦੇ ਵਿੱਚ। ਸਰ ਮੇਰਾ ਨਾਮ ਹੈ ਜੀ ਪਵਨ ਕੁਮਾਰ ਵਰਮਾ। ਪਵਨ ਜੀ, ਕੀ ਹੈ ਮਸਲਾ? ਮਸਲਾ ਇਹ ਹੈ ਵੀ ਮੈਂ ਘੱਟੋ ਘੱਟ ਇੱਕ ਬੈਂਕ 35 ਸਾਲ ਇਸ ਬੈਂਕ ਦੀ ਸਰਵਿਸ ਕੀਤੀ ਤੇ 1919 ਦੇ ਵਿੱਚ ਮੈਂ ਫਰਵਰੀ ਜੋ ਰਿਟਾਇਰ ਹੋਇਆ। ਅੱਜ ਤੱਕ ਮੇਰੀ 35 ਸਾਲ ਦੇ ਵਿੱਚ ਕੋਈ ਵੀ ਮੇਰੇ ਅਜੇ ਕੋਈ ਕੰਪਲੇਂਟ ਨਹੀਂ ਹੋਈ, ਕਿਉਂਕਿ ਮੈਂ ਇਹ ਬਹੁਤ ਵਧੀਆ ਸਰਵਿਸ ਦਿੰਦੇ ਸੀ ਤੇ ਸਾਰਾ ਕੁਝ ਸੀ। ਲੇਕਿਨ ਜਾਣ ਤੋਂ ਸਾਲ ਕੁ ਪਹਿਲਾਂ, 1.5 ਸਾਲ ਪਹਿਲਾਂ, ਇੱਕ ਬੰਦਾ ਇੱਥੇ ਜਸਵਿੰਦਰ ਸਿੰਘ ਕੋਹਲੀ ਸੀ ਜਿਸ ਨੇ ਮੇਰੀ ਕੰਪਲੇਂਟ ਕੀਤੀ ਰੰਜਿਸ਼ ਵਜੋਂ
ਕਿਉਂਕਿ ਉਹਦੇ ਭਰਾ ਦਾ ਆਪਸ 'ਚ ਕੋਈ ਰੌਲਾ ਸੀ ਘਰਾਂ ਦਾ, ਲੇਕਿਨ ਉਸਨੇ ਰੰਜਿਸ਼ ਵਜੋਂ ਕੰਪਲੀਟ ਕੀਤੀ। ਉਸਨੇ ਸਾਡੇ ਕੋਲ ਆ ਕੇ, ਕਿਉਂਕਿ ਜਾਣਦਾ ਸੀ ਸਾਡਾ ਗੁਆਂਢੀ ਸੀ, ਉਹਨੇ ਇੱਥੇ ਆ ਕੇ ਅਕਾਊਂਟ ਖੁਲਾਇਆ। ਅਕਾਊਂਟ ਖੁਲਾਉਣ ਤੋਂ ਬਾਅਦ ਉਹਨੇ 1.5 ਮਹੀਨੇ 2 ਮਹੀਨੇ ਬਾਅਦ ਜੈਨ ਸਕੂਲ 'ਚੋਂ ਲੋਨ ਲਿਆ ਉਹਨੇ, ਤੇ ਲੋਨ ਲੈਣ ਤੋਂ ਬਾਅਦ ਉਹਨੇ ਇੱਥੋਂ ਆ ਕੇ, ਕਿਉਂਕਿ ਅਕਾਊਂਟ ਇੱਥੇ ਸੀ, ਪੇਮੈਂਟ ਇੱਥੇ ਲੈਣੀ ਸੀ, ਇੱਥੋਂ ਪੇਮੈਂਟ ਲੈ ਕੇ ਉਹਨੇ ਵਿਡਰਾਲ ਕੀਤਾ, ਵਿਡਰਾਲ ਤੇ ਸਾਈਨ ਕੀਤੇ, ਕਿਉਂਕਿ ਅਕਾਊਂਟ ਰਿਸਟ੍ਰਿਕਟਡ ਸੀ। 6 ਮਹੀਨੇ ਤੱਕ ਜਿਹੜੀ ਕੋਈ ਵੀ ਪੇਮੈਂਟ ਹੁੰਦੀ ਹੈ ਉਹ ਮੈਨੇਜਰ ਪਾਸ ਕਰਦਾ ਹੈ। ਅਸੀਂ ਕਿਉਂ ਬਣਾਉਂਦੇ ਹਾਂ, ਮੈਨੇਜਰ ਪਾਸ ਕਰਦਾ ਤਾਂ ਆ ਕੇ ਕਾਊਂਟਰ ਤੋਂ ਪੇਮੈਂਟ ਲੈ ਲੈਂਦਾ, ਕਿਉਂਕਿ ਕਾਊਂਟਰ ਤੇ ਮੈਂ ਹੀ ਸੀਗਾ, ਮੈਂ ਕਿਉਂ ਬਣਾਈ, ਮੈਨੇਜਰ ਨੇ ਪਾਸ ਕੀਤੀ ਤੇ ਆ ਕੇ ਉਸਨੇ ਕਾਊਂਟਰ ਤੋਂ ਪੇਮੈਂਟ ਲੈ ਲਈ। ਤੇ 15 ਦਿਨ ਮਹੀਨੇ ਬਾਅਦ ਕਹਿੰਦਾ ਜੀ ਮੈਂ ਤਾਂ ਪੇਮੈਂਟ ਲਈ ਨਹੀਂ। ਜੋ ਪੇਮੈਂਟ ਨਹੀਂ ਲਈ ਉਸ ਵਿਰੁੱਧ ਉਹਨੇ ਇਨਕੁਆਇਰੀ ਕਰਾਈ, ਇਨਕੁਆਇਰੀ ਅਫਸਰ ਲਾਤਾ। ਇਨਕੁਆਇਰੀ ਅਫਸਰ ਵੀ ਉਸ ਬੰਦੇ ਨੂੰ ਲਾਇਆ ਗਿਆ ਜਿਸ ਵਿਰੁੱਧ ਮੇਰੇ ਬੇਟੇ ਨੇ ਤੇ ਮੇਰੀ ਮਿਸਿਜ ਨੇ ਕੰਪਲੇਂਟ ਕੀਤੀਆਂ ਸੀ। ਉਹ ਸੁਨੀਲ ਮਚੰਦਾ ਜੀ ਨੇ ਇਨਕੁਆਇਰੀ ਅਫਸਰ ਲਾਇਆ ਤੇ ਉਸਨੇ ਰੰਜਿਸ਼ ਵਜੋਂ ਮੇਰੇ ਤੇ ਸਾਰੇ ਗਲਤ ਇਲਜ਼ਾਮ ਲਾਏ, ਜਦੋਂ ਕਿ ਜੋ ਪੇਮੈਂਟ ਮੈਨੇਜਰ ਨੇ ਪਾਸ ਕੀਤੀ ਹੈ ਤਾਂ ਮੈਂ ਇਕੱਲਾ ਜ਼ਿੰਮੇਵਾਰ ਕਿਉਂ। ਇੱਕ ਬੈਂਕ ਦਾ ਅਸੂਲ ਹੈ, ਜੇ ਚੈੱਕ ਬੁੱਕ ਵਾਲਾ ਅਕਾਊਂਟ ਮੇਰੇ ਤੇ ਲਾਇਆ ਗਿਆ ਵੀ ਚੈੱਕ ਬੁੱਕ ਵਾਲਾ ਅਕਾਊਂਟ ਸੀ, ਤੁਸੀਂ ਵਿਡਰਾਲ ਦੇ ਪੇਮੈਂਟ ਕਿਸ ਤਰ੍ਹਾਂ ਕੀਤੀ, ਜਦ ਕਿ ਇੱਥੇ ਇੱਕ ਜ਼ਰੂਰੀ ਹੈ ਵੀ ਸਾਡੇ ਕੋਲ ਜਿੰਨੇ ਵੀ ਡਾਕਟਰ ਆਉਂਦੇ ਆ ਜਾਂ ਜੋ ਵੀ ਆਉਂਦੇ ਆ, ਸਾਨੂੰ ਉਹਨਾਂ ਦੀ ਜਿਹੜੀ ਪੇਮੈਂਟ ਹੈ ਉਹ ਕਰਨੀ ਪੈਂਦੀ ਹੈ, ਕਿਉਂਕਿ ਬੈਂਕ ਮੈਨੇਜਮੈਂਟ ਇਹ ਕਹਿੰਦੀ ਹੈ ਵੀ ਤੁਸੀਂ ਕਿਸੇ ਤਰ੍ਹਾਂ ਵੀ ਕਿਸ ਨੂੰ ਜਿਹੜਾ ਟੈਕਟਫੁਲੀ ਹੈਂਡਲ ਕਰਨੇ, ਸਾਡੇ ਕੋਲ ਕੰਪਲੇਂਟ ਨਾ ਹੋਵੇ। ਜਦੋਂ ਜਸਵਿੰਦਰ ਸਿੰਘ ਕੋਹਲੀ ਨੇ ਮੇਰੀ ਕੰਪਲੇਂਟ ਕੀਤੀ, ਅਸੀਂ ਸਾਰੇ ਬੰਦਿਆਂ ਨੂੰ ਕਿਹਾ ਵੀ ਤੂੰ ਗਲਤ ਕੰਪਲੇਂਟ ਕਿਉਂ ਕੀਤੀ ਹੈ, ਤਾਂ ਉਸਨੇ ਆਪਦੀ ਕੰਪਲੇਂਟ ਵਾਪਸ ਲੈ ਲਈ। ਜਦੋਂ ਕੰਪਲੇਂਟ ਵਾਪਸ ਲੈ ਲਈ ਤੇ ਮੇਰੇ ਵਿਰੁੱਧ ਐਕਸ਼ਨ ਕਿਸ ਚੀਜ਼ ਦਾ, ਸਾਈਨ ਉਸ ਦੇ ਵਿਡਰਾਲ ਦੇ ਉੱਪਰ ਹੈ। ਉਸਨੇ ਮੈਨੂੰ CIA ਸਟਾਫ 'ਚ, ਐਂਟੀ ਫਰਾਡ ਸਟਾਫ 'ਚ ਸਾਰੀਆਂ ਕੰਪਲੇਂਟ ਕੀਤੀਆਂ ਜੋ ਝੂਠੀਆਂ ਨਿਕਲੀਆਂ। ਫਿਰ ਉਸਨੇ ਇੱਕ ਮੇਰੇ ਤੇ ਹੋਰ ਇਲਜ਼ਾਮ ਲਾਇਆ ਵੀ ਜੈਨ ਸਕੂਲ ਦੇ ਮੈਨੇਜਰ ਨੇ ਸਾਡੇ ਤੋਂ ਮਤਲਬ ਕਿ ਜੋ ਉੱਥੇ ਬ੍ਰਾਂਚ ਸਾਡੀ ਹੈ ਉੱਥੋਂ ਉਹਨੇ ਚੈੱਕ ਲੈ ਕੇ ਤੇ ਮੇਰਾ ਯੂਜ਼ ਕੀਤਾ, ਜਦ ਕਿ ਉਸ ਦੇ ਜੋ ਸਾਡੇ ਮਿਸਟਰ ਸੁਧਾਂਸ਼ੂ ਸੀ ਜੈਤੋ ਦੇ ਚੀਫ ਮੈਨੇਜਰ, ਉਹਨਾਂ ਨੇ ਪੂਰੀ ਇਨਕੁਆਇਰੀ ਕੀਤੀ ਜੋ ਝੂਠੀ ਨਿਕਲੀ। ਜਿਹਨੂੰ ਸੁਨੀਲ ਮਚੰਦਾ ਜੀ ਨੇ ਜੋ ਵੀ ਇਨਕੁਆਇਰੀ ਮੇਰੇ ਵਿਰੁੱਧ ਰੰਜਿਸ਼ ਤੌਰ ਤੇ ਕੀਤੀ ਹੈ, ਕਿਉਂਕਿ ਮੇਰੀ ਮਿਸਿਜ ਨੇ ਉਹਦੇ ਉੱਤੇ ਮੇਰੇ ਬੇਟੇ ਨੇ ਕੰਪਲੇਂਟ ਕੀਤੀ ਸੀ ਕਿ ਜੋ ਮੇਰੀ ਮਿਸਿਜ ਨੇ ਕੰਪਲੇਂਟ ਕੀਤੀਆਂ ਸੀਗੀਆਂ ਉਸ ਨੂੰ ਬਿਨਾਂ ਇਨਕੁਆਇਰੀ ਕੀਤੇ ਜਦੋਂ ਅਸੀਂ ਕਰਦੇ ਸੀਗੇ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਸੀਗਾ, ਕਿਉਂਕਿ ਉਹ ਰੀਜਨਲ ਆਫਿਸ ਦੇ ਵਿੱਚ ਇੱਕ ਚੰਗੇ ਅਫਸਰ ਰਹੇ ਆ ਤੇ ਅਫਸਰੀ ਦਾ ਆਪਦਾ ਉਹ ਦਬਦਬਾ ਬਣਾ ਕੇ ਉਸ ਨੂੰ ਉਹ ਯੂਜ਼ ਕਰਦੇ ਸੀਗੇ। ਮੇਰੇ ਵਿਰੁੱਧ ਜੋ ਉਹਨਾਂ ਨੇ 4 ਇਲਜ਼ਾਮ ਲਾਏ, 4 ਇਲਜ਼ਾਮ ਚੋਂ 2 ਤਾਂ ਪਹਿਲਾਂ ਹੀ ਝੂਠੇ ਨਿਕਲ ਗਏ। ਜੋ ਸਾਡੇ ਦੂਜੇ ਅਫਸਰਾਂ ਨੇ ਇਨਕੁਆਇਰੀ ਕੀਤੀ ਵੀ ਇਹ ਇਲਜ਼ਾਮ ਝੂਠੇ ਆ, ਇਹ ਇਲਜ਼ਾਮ ਨਹੀਂ ਮੰਨਦੇ। ਜਿਹੜੇ 2 ਇਲਜ਼ਾਮ ਦੇ ਵਿੱਚੋਂ ਵੀ ਜੋ ਵਿਡਰਾਲ ਦੀ ਪੇਮੈਂਟ ਅਸੀਂ ਕੀਤੀ ਜੋ ਚੈੱਕ ਬੁੱਕ ਵਾਲਾ ਅਕਾਊਂਟ, ਉਸ ਡੇਟ ਦੇ ਵਿੱਚ ਉਸ ਦੇ ਕੋਲੇ ਬੰਦੇ ਕੋਲੇ ਚੈੱਕ ਬੁੱਕ ਵੀ ਨਹੀਂ ਸੀ, ਕਿਉਂਕਿ ਜੋ ਉਸ ਨੂੰ ਚੈੱਕ ਬੁੱਕ ਮਿਲੀ ਸੀ ਉਸਨੇ ਜੋ ਜੈਨ ਸਕੂਲ ਬ੍ਰਾਂਚ ਜਿਹੜੀ ਹੈਗੀ ਆ ਉਸ ਤੋਂ ਲੋਨ ਲਿਆ ਸੀ, ਸਾਰੇ ਦੇ ਸਾਰੇ ਚੈੱਕ ਬੁੱਕ ਉਸਨੇ ਉੱਥੇ ਉਸ ਨੂੰ ਯੂਜ਼ ਕਰ ਲਏ ਸੀਗੇ। ਹੁਣ ਜਦੋਂ ਇੱਕ ਬੰਦੇ ਕੋਲ ਚੈੱਕ ਬੁੱਕ ਨਹੀਂ, ਉਹ ਪਾਸਬੁੱਕ ਲਿਆ ਕੇ ਬੈਂਕ ਤੋਂ ਵਿੱਚੋਂ ਪੇਮੈਂਟ ਲੈ ਸਕਦਾ ਹੈ। ਉਹ ਵੀ ਬੈਂਕ ਵਿੱਚ ਆਇਆ, ਪਾਸਬੁੱਕ ਉਹਦੇ ਕੋਲੇ ਸੀ, ਪੇਮੈਂਟ ਉਹਨੇ ਲਈ, ਕਾਪ ਦੀ ਕਾਪੀ ਦੇ ਵਿੱਚ ਐਂਟਰੀ ਕਰਾਈ, ਪੇਮੈਂਟ ਜਿਹੜੀ ਸੀ ਮੈਨੇਜਰ ਨੇ ਪਾਸ ਕੀਤੀ। ਲੇਕਿਨ ਇਲਜ਼ਾਮ ਮੇਰੇ ਇਕੱਲੇ ਦੇ ਇਸ ਕਰਕੇ ਲਾਇਆ ਗਿਆ ਕਿਉਂਕਿ ਮੇਰੀ ਮਿਸਿਜ ਨੇ ਉਸ ਅਫਸਰ ਦੇ ਵਿਰੁੱਧ ਕੰਪਲੇਂਟ ਕੀਤੀ ਸੀ ਜਿਸ ਨੇ ਇਨਕੁਆਇਰੀ ਕੀਤੀ। ਇਸ ਕਰਕੇ ਮੈਨੂੰ ਜੋ ਸੀ ਮੇਰੇ ਨੂੰ ਸਜ਼ਾ ਦਿੱਤੀ ਗਈ, ਮੇਰੇ ਇੱਕ ਇਨਕਰੀਮੈਂਟ ਡਾਊਨ ਕਰਤਾ ਤੇ ਜੋ ਮੇਰੀ ਪ੍ਰਮੋਸ਼ਨ ਹੋਣੀ ਸੀ ਉਸ ਨੂੰ ਵੀ ਰੋਕ ਕੇ ਮੇਰਾ ਘੱਟੋ ਘੱਟ ਇਹਨਾਂ ਨੇ ਬਹੁਤ ਵੱਡਾ ਲੋਸ ਕੀਤਾ ਤੇ ਮੈਂ ਮੈਂਟਲੀ ਜਿਹੜਾ ਸੀਗਾ ਬਹੁਤ ਡਿਸਟਰਬ ਹੋਇਆ। ਮੈਨੂੰ ਬੜੀ ਡਿਸਟਰਬੈਂਸ ਹੁੰਦੀ ਹੈ ਵੀ 35 ਸਾਲ ਦੀ ਇੱਕ ਵਧੀਆ ਸਰਵਿਸ ਕਰਨ ਤੋਂ ਬਾਅਦ ਇੱਕ ਉਸ ਬੰਦੇ ਨੇ ਮੇਰੇ ਉੱਤੇ ਗਲਤ ਇਲਜ਼ਾਮ ਲਾ ਕੇ ਮੈਨੂੰ ਮੈਂਟਲੀ ਡਿਸਟਰਬ ਕੀਤਾ ਤੇ ਮੇਰਾ ਫਾਈਨੈਂਸ਼ੀਅਲ ਲੋਸ ਵੀ ਕੀਤਾ ਤੇ ਮੇਰੇ ਇੱਕ ਜਿਹੜੀ 35 ਸਾਲ ਦੀ ਸਰਵਿਸ ਦੇ ਉੱਪਰ ਇੱਕ ਦਾਗ ਵੀ ਲਾਇਆ। ਇਸ ਕਰਕੇ ਮੈਂ ਇਹ ਰਿਕਵੈਸਟ ਕਰਦਾ ਹਾਂ ਵੀ ਤੁਸੀਂ ਸਾਰਿਆਂ ਤੋਂ ਇੱਥੋਂ ਪੁੱਛ ਸਕਦੇ ਹੋ ਵੀ ਪੇਮੈਂਟ ਮੈਚ ਕਿਸ ਤਰ੍ਹਾਂ ਹੁੰਦੀ ਹੈ। ਇੱਥੇ ਡਾਕਟਰ ਹੁੰਦੇ ਸੀ, ਡਾਕਟਰ ਕਹਿੰਦੇ ਵੀ ਤੁਸੀਂ ਪੇਮੈਂਟ ਕਰਨੀ ਕਿ ਨਹੀਂ ਕਰਨੀ। ਤੁਸੀਂ ਜਿਹੜਾ ਇਹ ਤੁਹਾਡੇ ਖਿਲਾਫ ਉਹਨਾਂ ਨੇ ਫੈਸਲਾ ਕਰਤਾ, ਉਸ ਫੈਸਲੇ ਦੇ ਖਿਲਾਫ ਕੀ ਕਾਰਵਾਈ ਕੀਤੀ? ਫੈਸਲੇ ਖਿਲਾਫ ਮੈਂ DGM ਸਾਹਿਬ ਕੋਲ ਵੀ ਗਿਆ ਸੀਗਾ। DGM ਸਾਹਿਬ ਕਹਿੰਦੇ, ਮੈਂ ਕਿਹਾ ਦੱਸੋ ਜੀ ਤੁਸੀਂ ਇਹ ਪੇਮੈਂਟ ਕਿਸ ਤਰ੍ਹਾਂ ਗਲਤ ਆ, ਮੈਂ ਦੱਸੋ। ਉਹਨਾਂ ਨੇ ਮੇਰੇ ਵਿਰੁੱਧ ਜੋ ਪਹਿਲਾਂ ਇਲਜ਼ਾਮ ਲਾਇਆ ਸੀ, ਮੇਰੀ ਇੱਕ ਇਨਕਰੀਮੈਂਟ ਡਾਊਨ ਕੀਤਾ ਸੀ, ਉਸ ਨੂੰ ਖਤਮ ਕਰਕੇ ਮੇਰੇ ਦੇ ਉੱਪਰ ਕਹਿੰਦੇ ਵੀ ਤੁਸੀਂ 500 ਰੁਪਈਆ ਲਮਸਮ ਜੁਰਮਾਨਾ ਭਰ ਦਿਓ, ਅਸੀਂ ਤੁਹਾਡਾ ਸਾਰਾ ਵਿਡਰਾ ਕਰ ਲੈਂਦੇ ਹਾਂ। ਮੈਂ ਕਿਹਾ ਜੀ ਜੁਰਮਾਨਾ ਤਾਂ ਮੈਂ ਭਰ ਦਿੰਦਾ, ਪਰ ਜੋ ਮੇਰਾ ਪਿਛਲਾ ਮੈਨੂੰ ਬੈਨੀਫਿਟ ਮਿਲਨੇ ਸੀਗੇ ਸਾਲ 1.5 ਸਾਲ ਪਹਿਲਾਂ ਜੋ ਮੇਰੀ ਪ੍ਰਮੋਸ਼ਨ ਹੋਈ ਸੀ ਗੋਲਿਆਂ ਦੇ ਬ੍ਰਾਂਚ 'ਚ, ਉਹ ਮੇਰਾ ਲੋਸ ਕੌਣ ਦੇਗਾ? ਮੈਨੂੰ ਉਹ ਲੋਸ ਦਿੱਤਾ ਜਾਵੇ ਤੇ ਉਹ ਮੈਨੂੰ ਜੋ ਸਾਰਾ ਮੈਨੂੰ ਬੈਨੀਫਿਟ ਮਿਲਦੇ ਜਾਣ, ਮੈਨੂੰ ਦਿੱਤੇ ਜਾਣ, ਤਾਂ ਮੈਂ ਆਪਦੀ ਉਹ 500 ਰੁਪਏ ਜੁਰਮਾਨਾ ਭਰਾਂਗਾ। ਇਸ ਕਰਕੇ ਮੈਂ ਜੁਰਮਾਨਾ ਨਹੀਂ ਭਰਿਆ ਤੇ ਮੈਂ ਕਈ ਵਾਰ ਇਹਨਾਂ ਨੂੰ ਲੈਟਰ ਵੀ ਲਿਖਦਾ ਰਿਹਾ, ਲੇਕਿਨ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਹੁਣ ਕਿੰਨੇ ਸਾਲਾਂ ਤੋਂ ਤੁਸੀਂ ਇਸ ਮਾਮਲੇ ਨੂੰ ਲੈ ਕੇ ਪਰੇਸ਼ਾਨ ਹੋ? ਮੈਂ ਤਾਂ ਸਰ ਜਦੋਂ ਦੀ ਮੇਰੇ ਵਿਰੁੱਧ ਕੰਪਲੇਂਟ ਹੋਈ ਮੈਂ ਉਦੋਂ ਤੋਂ ਇਹਨਾਂ ਨੂੰ ਵਾਰੀ-ਵਾਰੀ ਲੈਟਰ ਲਿਖੇ ਜਾ ਰਿਹਾ ਵੀ ਮੈਂ ਇਹਦੇ ਵਿੱਚ ਮੇਰਾ ਕੋਈ ਫਾਲਟ ਨਹੀਂ। ਮੈਨੇਜਰ ਜੋ ਪਾਸ ਕੀਤੀ ਹੈ ਤੇ ਮੈਨੇਜਰ ਦਾ ਵਿੱਚ ਨਾਂ ਕਿਉਂ ਨਹੀਂ ਲਿਆ ਉਹਨੇ? ਉਸਨੇ ਮੈਨੇਜਰ ਨੂੰ ਵਿੱਚੋਂ ਬਾਹਰ ਕੱਢਤਾ ਸੀ ਮਰਚੰਦੇ ਨੇ, ਕਿਉਂਕਿ ਉਹਦਾ ਦੋਸਤ ਸੀਗਾ। ਮੈਨੂੰ ਇਕੱਲੇ ਨੂੰ ਫਸਾਇਆ ਗਿਆ। ਇੱਕ ਬੈਂਕ ਦਾ ਸਾਡਾ ਅਸੂਲ ਹੈ ਵੀ ਅਸੀਂ ਕੋਈ ਵੀ ਅਕਾਊਂਟ ਇੱਕ ਜਗ੍ਹਾ ਤੋਂ ਜੋ ਦੂਜੀ ਜਗ੍ਹਾ ਟ੍ਰਾਂਸਫਰ ਕਰਨਾ ਹੈ ਤਾਂ ਇੱਕ ਬੰਦਾ ਰਿਕੁਐਸਟ ਦਿੰਦਾ ਵੀ ਮੇਰੀ ਇਸ ਬ੍ਰਾਂਚ ਚੋਂ ਅਕਾਊਂਟ ਟ੍ਰਾਂਸਫਰ ਕਰਕੇ ਮੇਰਾ ਫਲਾਣੀ ਬ੍ਰਾਂਚ ਭੇਜਿਆ ਜਾਵੇ। ਲੇਕਿਨ ਮੇਰੀ ਮਿਸਿਸ ਦਾ ਜਿਹੜਾ ਅਕਾਊਂਟ ਸੀਗਾ, ਲੋਨ ਅਕਾਊਂਟ ਸੀਗਾ, ਬਿਨਾਂ ਉਹਨਾਂ ਦੀ ਰਿਕੁਐਸਟ ਤੋਂ ਇਸ ਬ੍ਰਾਂਚ ਤੋਂ ਦੂਜੀ ਬ੍ਰਾਂਚ ਭੇਜ ਦਿੱਤਾ ਗਿਆ ਤੇ 9 ਮਹੀਨੇ ਖਰਾਬ ਕਰਨ ਤੋਂ ਬਾਅਦ ਇਹ ਲਿਖ ਕੇ ਦਿੱਤਾ ਗਿਆ ਵੀ ਲੋਨ ਨਹੀਂ ਹੋਣਾ। ਉਹੀ ਜੋ 4 ਲੱਖ ਦਾ ਅਸੀਂ ਟੌਪ ਅਪ ਲੋਨ ਲੈਣਾ ਸੀਗਾ ਉਹ ਇਹਨਾਂ ਨੇ ਦਿੱਤਾ। ਫਿਰ ਮੈਂ ਅਕਾਊਂਟ ਬੰਦ ਕਰਾਇਆ ਮਿਸਿਸ ਨੇ ਤੇ LIC ਹਾਊਸਿੰਗ ਫਾਈਨਾਂਸ ਵਾਲਿਆਂ ਨੇ ਉਸੇ ਚੀਜ਼ਾਂ ਦੇ ਉੱਪਰ ਸਾਨੂੰ 10 ਲੱਖ ਦਾ ਲੋਨ ਦੇਤਾ।
ਜੋ ਮਿਸਿਜ ਨੇ ਕੰਪਲੇਂਟ ਵਾਪਸ ਨਹੀਂ ਲਈ ਤਾਂ ਉਸ ਦੀ ਇਨਕੁਆਰੀ ਇਹਨਾਂ ਨੇ ਕਿਵੇਂ ਬੰਦ ਕਰ ਦਿੱਤੀ ਗਈ। ਹੈੱਡ ਆਫਿਸ ਮੈਂ ਬੰਬੇ ਤੇ ਵੀ ਲੈਟਰਾਂ ਲਿਖੀਆਂ, ਚੰਡੀਗੜ੍ਹ ਵੀ ਲੈਟਰਾਂ ਲਿਖੀਆਂ, ਉਹ ਜੋ ਲੈਟਰ ਇਹਨਾਂ ਕੋਲ ਆਉਂਦੀ ਸੀ ਇਨਕੁਆਰੀ ਕਰੋ, ਇਨਕੁਆਰੀ ਕਰਦੇ ਨਹੀਂ ਸੀਗੇ ਤੇ ਉੱਥੇ ਬਠਿੰਡੇ ਹੀ ਉਸ ਲੈਟਰ ਨੂੰ ਬੰਦ ਕਰ ਦਿੰਦੇ ਸੀਗੇ ਬਿਨਾਂ ਮੈਸੇਜ ਤੋਂ ਪੁੱਛੇ। ਇਹਨਾਂ ਦੀ ਵੱਡੀ ਗਲਤੀ ਕੀ ਸੀ ਇਹਨਾਂ ਦੇ ਮਚੰਦਾ ਜੀ ਦੀ ਵੀ, ਇਹਨਾਂ ਨੇ ਜਿਹੜਾ ਲੋਨ ਅਕਾਊਂਟ ਹੈ ਇੱਕ ਬ੍ਰਾਂਚ ਤੋਂ ਦੂਜੀ ਬ੍ਰਾਂਚ ਦੇ ਵਿੱਚ ਟ੍ਰਾਂਸਫਰ ਨਹੀਂ ਹੋ ਸਕਦਾ, ਲੇਕਿਨ ਇਹਨਾਂ ਨੇ ਜੋ ਮਿਸਿਜ ਨੇ ਐਪਲੀਕੇਸ਼ਨ ਦਿੱਤੀ ਕਰਤਾ, ਇਹਨਾਂ ਤੋਂ ਗਲਤੀ ਹੋ ਗਈ, ਚਲੋ ਕੋਈ ਗੱਲ ਨਹੀਂ। ਲੇਕਿਨ ਇਧਰੋਂ ਹੁਣ ਆਪਦੀ ਗਲਤੀ ਨੂੰ ਸੁਧਾਰਨ ਲਈ ਇਹਨਾਂ ਨੇ ਕੀ ਕੀਤਾ, ਬਿਨਾਂ ਇਧਰੋਂ ਅਸੀਂ ਲੋਨ ਅਪਲਾਈ ਕੀਤਾ, ਇਧਰ ਅਸੀਂ 6 ਮਹੀਨੇ ਧੱਕੇ ਖਾਂਦੇ ਰਹੇ। ਉਸ ਤੋਂ ਬਾਅਦ ਕੀ ਕੀਤਾ ਵੀ ਇਹਨਾਂ ਨੇ ਜਿਹੜਾ ਅਕਾਊਂਟ ਸੀਗਾ ਉਸ ਬ੍ਰਾਂਚ ਟ੍ਰਾਂਸਫਰ ਕਰਤਾ। ਮਿਸਿਜ ਜੋ ਇੱਥੇ ਨਰੇਸ਼ ਬਾਂਸਲ ਨੇ ਜਿਸ ਨੂੰ ਪੁੱਛਿਆ ਵੀ ਦੱਸੋ ਵੀ ਮੇਰਾ ਅਕਾਊਂਟ ਕਿਵੇਂ ਟ੍ਰਾਂਸਫਰ ਕਰਤਾ ਤੁਸੀਂ, ਵੀ ਮੈਂ ਉਹ ਕਹਿੰਦੇ ਹੁਣ ਤੁਸੀਂ ਜੇ ਉੱਧਰ ਜਾ ਕੇ ਕਰੋ। ਕਹਿੰਦੀ ਮੈਂ 6 ਮਹੀਨੇ ਇੱਧਰ ਧੱਕੇ ਖਾਂਦੀ ਰਹੀ, ਹੁਣ ਮੈਂ ਉੱਧਰ ਜਾ ਕੇ ਕਰਾਂ। ਆ ਮੇਰੇ ਬੇਟੇ ਦਾ ਲੋਨ ਸੀਗਾ, ਆ ਬੇਟੇ ਦੇ ਲੋਨ ਦੇ ਵਿੱਚੋਂ ਇਹਨੇ ਕੀ ਕੀਤਾ 4 ਮਹੀਨੇ ਮੈਨੂੰ ਭਗਾਇਆ। 4 ਮਹੀਨੇ ਭਗਾਉਣ ਦੇ ਬਾਅਦ ਇਹਨੇ ਲਿਖਦਾ ਵੀ ਕਲੋਜ਼ ਰਿਲੇਟਿਵ ਦਾ ਲੋਨ ਨਹੀਂ ਹੋ ਸਕਦਾ। ਕਲੋਜ਼ ਹੈ ਉਹਨੇ ਬੇਟਾ ਮੇਰਾ 18 ਸਾਲ ਤੋਂ ਵੱਧ ਹੈ, 15 ਲੱਖ ਦਾ ਦੁਕਾਨ 'ਚ ਸਮਾਨ ਪਿਆ ਹੈ, ਵੀ ਉਹ ਲੋਨ ਕਲੋਜ਼ ਰਿਲੇਟਿਵ ਨਾਲ ਉਹਦਾ ਕੀ ਸੰਬੰਧ ਹੈ। ਉਹ ਆਪਦਾ ਇੱਕ ਬਾਲਿਗ ਬੰਦਾ ਹੈ, ਉਹ ਆਪਦਾ ਲੋਨ ਲੈਣਾ, ਆਪਦਾ ਕੰਮ ਕਰਨਾ ਹੈ। ਉਹੀ ਲੋਨ ਜੋ ਸਟੇਟ ਬੈਂਕ ਆਫ ਪਟਿਆਲਾ ਨੇ ਰਿਫਿਊਜ਼ ਕੀਤਾ ਮਚੰਦਾ ਜੀ ਨੇ, ਉਹੀ ਦਾ ਸੇਮ ਲੋਨ ਜਿਹੜਾ ਸੀਗਾ ਉਹ ਸਟੇਟ ਬੈਂਕ ਆਫ ਇੰਡੀਆ ਨੇ 1 ਮਹੀਨੇ ਬਾਅਦ ਪਾਸ ਕਰਤਾ। ਇਹਨਾਂ ਜੋ ਵੀ ਪਹਿਲਾਂ ਲਾਏ ਵੀ ਤੁਸੀਂ ਜੋ ਤੁਹਾਨੂੰ ਪਹਿਲਾਂ ਹੀ ਪਤਾ ਸੀ ਲੋਨ ਨਹੀਂ ਹੋ ਸਕਦਾ, ਫਿਰ ਤੁਸੀਂ 4 ਮਹੀਨੇ ਕਦੇ ਆਹ ਲੈਟਰ ਲਿਆਓ ਜੀ, ਕਦੇ ਆਹ ਲੈਟਰ ਲਿਆਓ, ਕਿਉਂ ਲਾਇਆ ਗਿਆ। ਜੋ ਇਹਨਾਂ ਦੀ ਕੰਪਲੀਟ ਹੋਈ ਉਸ ਰੰਜਿਸ਼ ਨੂੰ ਕੱਢਣ ਲਈ ਹੀ ਸੁਨੀਲ ਮਚੰਦਾ ਜੀ ਨੇ ਮੇਰੇ ਵਿਰੁੱਧ ਗਲਤ ਇਲਜ਼ਾਮ ਲਾਏ ਤੇ ਮੇਰਾ ਸਾਰਾ ਜੋ ਇਹਨਾਂ ਨੇ ਫਾਈਨੈਂਸ਼ੀਅਲ ਲੋਸ ਤੇ ਮੇਰਾ ਮੈਂਟਲੀ ਜਿਹੜਾ ਮੈਨੂੰ ਲੋਸ ਕੀਤਾ ਇਹਨਾਂ ਨੇ। ਮੈਂ ਹਜੇ ਵੀ ਰਾਤ ਨੂੰ ਜਦੋਂ ਮੈਂ ਕਦੇ ਜਾਗ ਖੋਲ ਜਾਂਦੀ ਹੈ ਚੀਜ਼ ਯਾਦ ਹੁੰਦੀ ਹੈ ਤੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਕੀ ਹੁਣ ਮੰਗ ਕਰਦੇ ਤੁਸੀਂ? ਮੰਗ ਇਹ ਕਰਦਾ ਵੀ ਮੇਰੀ ਇਨਕੁਆਰੀ ਦੁਆਰਾ ਕਰਾਈ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਜੋ ਮੇਰੀ ਮਿਸਿਜ ਨੇ ਕੰਪਲੇਂਟ ਕੀਤੀ ਉਸ ਕੰਪਲੇਂਟ ਨੂੰ ਵੀ ਦੁਆਰਾ ਕੀਤਾ ਜਾਵੇ ਵੀ ਉਹ ਕਿਵੇਂ ਬੰਦ ਹੋਏਗੀ ਤੁਹਾਡੀ ਕੰਪਲੇਂਟ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ। ਸਾਡੀਆਂ ਖਬਰਾਂ, ਸਾਡੀਆਂ ਕੋਸ਼ਿਸ਼ਾਂ, ਸਾਡਾ ਤਰੱਦਦ ਅਗਰ ਤੁਹਾਨੂੰ ਚੰਗਾ ਲੱਗਦਾ ਤਾਂ ਇਸ ਨੂੰ ਆਪਣੇ ਦੋਸਤਾਂ ਦੇ ਨਾਲ, ਆਪਣੇ ਬਾਕੀ ਗਰੁੱਪਾਂ ਦੇ ਵਿੱਚ